ਦੋਸਤੋ ਸੈਟਸ ਦੇ ਵਿੱਚ ਸਾਡਾ ਜਿਹੜਾ ਨੈਕਸਟ ਟੌਪਿਕ ਹੈ ਉਹ ਹੈ ਕੰਪਲੀਮੈਂਟ ਆਫ ਅ ਸੈਟ। ਅਤੇ ਇਸ ਨੂੰ ਅਸੀਂ ਡਿਨੋਟ ਕਰਦੇ ਹਾਂ ਸਿੰਬਲ ਜਿਹੜਾ ਯੂਜ਼ ਕਰਦੇ ਹਾਂ ਇਹਦੇ ਵਿੱਚ ਏ ਡੈਸ਼। ਸੋ ਇਹ ਸਾਡਾ ਸਿੰਬਲ ਹੈ ਏ ਡੈਸ਼। ਸੋ ਕੰਪਲੀਮੈਂਟ ਨੂੰ ਸਮਝਣ ਦੇ ਲਈ ਅਸੀਂ ਇੱਕ ਜਿਹੜੀ ਵੈਨ ਡਾਇਗਰਾਮ ਬਣਾ ਲੈਂਦੇ ਹਾਂ, ਉਹਦੇ ਨਾਲ ਤੁਹਾਨੂੰ ਈਜ਼ੀਲੀ ਐਕਸਪਲੇਨ ਹੋ ਜਾਏਗਾ ਕਿ ਕੰਪਲੀਮੈਂਟ ਹੈ ਕੀ ਚੀਜ਼ ਹੈ। ਸਪੋਜ਼ ਇਹ ਸਾਡੇ ਪਾਸ ਸੈੱਟ ਏ ਹੈ ਅਤੇ ਸਾਡਾ ਯੂਨੀਵਰਸਲ ਸੈੱਟ ਯੂ ਹੈ। ਸੋ ਕੰਪਲੀਮੈਂਟ ਕੀ ਹੁੰਦਾ ਕਿਸੇ ਸੈੱਟ ਦਾ? ਦੋਜ਼ ਐਲੀਮੈਂਟਸ, ਅਸੀਂ ਉਹ ਐਲੀਮੈਂਟਸ ਲੈਣੇ ਨੇ ਜਿਹੜੇ ਯੂਨੀਵਰਸਲ ਸੈੱਟ ਯੂ ਦੇ ਵਿੱਚ ਤਾਂ ਹੋਣ ਪਰ ਏ ਦੇ ਵਿੱਚ ਨਾ ਹੋਣ, ਏ ਤੋਂ ਉਲਟ। ਸੋ ਏ ਤੋਂ ਉਲਟ ਕਿਹੜਾ ਏਰੀਆ ਹੈ ਸਾਡੇ ਪਾਸ? ਏ ਵਾਲਾ ਹੈ ਸਾਰੇ ਹੀ। ਸੋ ਸਾਡਾ ਏ ਡੈਸ਼ ਕੀ ਹੋ ਗਿਆ? ਦਿਸ ਸੈਕਸ਼ਨ ਏ ਡੈਸ਼ ਹੈ ਸਾਡਾ। ਇਹ ਸਾਡਾ ਏ ਸੈੱਟ ਹੈ ਅਤੇ ਇਹ ਸਾਡਾ ਏ ਡੈਸ਼ ਹੈ, ਇਸ ਤੋਂ ਬਾਹਰ ਸਾਰਾ ਹੀ। ਸੋ ਕੰਪਲੀਮੈਂਟ ਆਫ ਸੈੱਟ ਨੂੰ ਅਸੀਂ ਕਿਵੇਂ ਐਕਸਪਲੇਨ ਕਰ ਸਕਦੇ ਹਾਂ? ਕੰਪਲੀਮੈਂਟ ਆਫ ਸੈੱਟ ਇਜ਼ ਅ ਸੈੱਟ ਜਿਸ ਦੇ ਵਿੱਚ ਐਲੀਮੈਂਟਸ ਕੀ ਨੇ? ਇਟ ਕੰਸਿਸਟ ਆਫ ਆਲ ਦੋਜ਼ ਐਕਸ ਸੱਚ ਦੈਟ ਐਕਸ ਜਿਹੜਾ ਹੈ ਉਹ ਯੂਨੀਵਰਸਲ ਸੈੱਟ ਯੂ ਦੇ ਵਿੱਚ ਤਾਂ ਹੋਵੇ, ਐਕਸ ਬਿਲੋਂਗਸ ਟੂ ਯੂਨੀਵਰਸਲ ਸੈੱਟ ਯੂ ਐਂਡ ਬਟ ਐਕਸ ਡਜ਼ ਨੋਟ ਬਿਲੋਂਗਸ ਟੂ ਏ ਐਂਡ ਐਕਸ ਡਜ਼ ਨੋਟ ਬਿਲੋਂਗਸ ਟੂ ਸੈੱਟ ਏ। ਯੂਨੀਵਰਸਲ ਸੈੱਟ ਯੂ ਦੇ ਵਿੱਚ ਤਾਂ ਹੋਵੇ ਪਰ ਏ ਦੇ ਵਿੱਚ ਨਹੀਂ ਹੋਣਾ ਚਾਹੀਦਾ। ਸੋ ਏ ਦੇ ਵਿੱਚ ਨਹੀਂ ਹੈ, ਏ ਤੋਂ ਬਾਹਰ ਨੇ ਸਾਰੇ ਏ ਵਾਲੇ। ਸੋ ਸਾਡਾ ਕੰਪਲੀਮੈਂਟ ਕੀ ਹੋ ਗਿਆ? ਏ ਡੈਸ਼ ਏ ਤੋਂ ਬਾਹਰ ਵਾਲਾ ਸੈਕਸ਼ਨ, ਏ ਵਾਲਾ ਏਰੀਆ। ਸੋ ਜੇਕਰ ਮੈਂ ਧਿਆਨ ਨਾਲ ਦੇਖਾਂ ਤਾਂ ਦੂਸਰੇ ਪਾਸੇ ਇੱਕ ਤਰੀਕੇ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮੈਂ ਯੂਨੀਵਰਸਲ ਸੈੱਟ ਦੇ ਵਿੱਚੋਂ ਏ ਨੂੰ ਕੀ ਕਰਤਾ ਹੈ? ਮਾਈਨਸ ਕਰਤਾ ਹੈ। ਯੂਨੀਵਰਸਲ ਸੈੱਟ ਯੂ ਦੇ ਵਿੱਚੋਂ ਇਹ ਵਾਲਾ ਜਿਹੜਾ ਏਰੀਆ ਹੈ ਏ ਹੈ, ਇਸ ਨੂੰ ਮੈਂ ਹਟਾਤਾ ਹੈ, ਸਬਟਰੈਕਟ ਕਰਤਾ ਹੈ। ਸੋ ਇਹ ਵੀ ਸਾਡਾ ਕੀ ਬਣੇਗਾ? ਏ ਡੈਸ਼ ਬਣੇਗਾ। ਜੇਕਰ ਅਸੀਂ ਦੂਸਰੀ ਵੇ ਦੇ ਵਿੱਚ ਦੇਖੀਏ, ਆਪਣਾ ਜੋ ਨਜ਼ਰੀਆ ਹੈ ਦੇਖਣ ਦਾ ਉਹਨੂੰ ਚੇਂਜ ਕਰੀਏ, ਤਾਂ ਯੂਨੀਵਰਸਲ ਸੈੱਟ ਯੂ ਦੇ ਵਿੱਚੋਂ ਅਸੀਂ ਏ ਨੂੰ ਕੀ ਕਰ ਰਹੇ ਹਾਂ? ਸਬਟਰੈਕਟ ਕਰ ਰਹੇ ਹਾਂ, ਇਹਨਾਂ ਦਾ ਡਿਫਰੈਂਸ ਲੈ ਰਹੇ ਹਾਂ ਆਪਾਂ। ਸੋ ਏ ਡੈਸ਼ ਹੋ ਗਿਆ ਸਾਡੇ ਪਾਸ ਕੰਪਲੀਮੈਂਟ ਆਫ ਆ ਸੈੱਟ। ਸੋ ਇਸ ਦੀਆਂ ਕੁਝ ਸਾਡੇ ਪਾਸ ਪ੍ਰੋਪਰਟੀਜ਼ ਨੇ, ਜਿਵੇਂ ਜੇਕਰ ਸਪੋਜ਼ ਮੈਂ ਯੂਨੀਵਰਸਲ ਸੈੱਟ ਯੂ ਦਾ ਕੰਪਲੀਮੈਂਟ ਲੈਣਾ ਹੋਵੇ ਯੂ ਡੈਸ਼, ਤਾਂ ਮੇਰੇ ਪਾਸ ਕੀ ਆਨਸਰ ਆਏਗਾ? ਯੂਨੀਵਰਸਲ ਸੈੱਟ ਯੂ ਦੇ ਵਿੱਚੋਂ ਮੈਂ ਜਿਸ ਦਾ ਕੰਪਲੀਮੈਂਟ ਲੈਣਾ, ਯੂਨੀਵਰਸਲ ਸੈੱਟ ਦਾ ਹੀ ਕੰਪਲੀਮੈਂਟ ਲੈਣਾ ਹੈ, ਤਾਂ ਮੈਂ ਯੂ ਦੇ ਵਿੱਚੋਂ ਯੂ ਨੂੰ ਹਟਾ ਦਿਆਂ, ਯੂ ਮਾਈਨਸ ਯੂ ਕਰ ਦਿਆਂ, ਤਾਂ ਮੇਰੇ ਪਾਸ ਕੀ ਬਚੇਗਾ? 0 ਐਮਪਟੀ ਸੈੱਟ। ਤਾਂ ਮੇਰੇ ਪਾਸ ਇਹਦਾ ਆਨਸਰ ਕੀ ਆਏਗਾ? 5। ਜਦੋਂ ਵੀ ਅਸੀਂ ਯੂਨੀਵਰਸਲ ਸੈੱਟ ਦਾ ਕੰਪਲੀਮੈਂਟ ਲਵਾਂਗੇ ਤਾਂ ਸਾਡੇ ਪਾਸ ਕੀ ਆਏਗਾ? ਐਮਪਟੀ ਸੈੱਟ ਆਏਗਾ। ਇਸੇ ਤਰ੍ਹਾਂ ਜੇਕਰ ਮੈਂ ਐਮਪਟੀ ਸੈੱਟ ਦਾ ਕੰਪਲੀਮੈਂਟ ਲੈਣੀ ਹੋਵੇ, ਕੋਈ ਖਾਲੀ ਸੈੱਟ ਹੈ, ਮੈਂ ਕੁਛ ਵੀ ਚੂਜ਼ ਨਹੀਂ ਕਰ ਰਿਹਾ, ਤਾਂ ਉਸ ਦਾ ਉਲਟ ਕੀ ਹੋਏਗਾ? ਯੂਨੀਵਰਸਲ ਸੈੱਟ ਯੂ। ਤਾਂ ਜੋ ਐਮਪਟੀ ਸੈੱਟ ਹੈ ਉਸ ਦਾ ਸਾਡਾ ਕੰਪਲੀਮੈਂਟ ਕੀ ਆਏਗਾ? ਯੂਨੀਵਰਸਲ ਸੈੱਟ ਯੂ ਆਏਗਾ। ਕਿਉਂ? ਜਦ ਮੈਂ ਕੋਈ ਮੈਂਬਰ ਲਿਆ ਹੀ ਨਹੀਂ ਇਹਦੇ ਵਿੱਚੋਂ, ਤਾਂ ਮੈਂ ਜਦੋਂ ਉਸ ਦਾ ਉਲਟ ਲਵਾਂਗਾ ਤਾਂ ਸਾਰੇ ਮੈਂਬਰ ਲੈਣੇ ਪੈਣਗੇ, ਸਾਰੇ ਐਲੀਮੈਂਟਸ ਲੈਣੇ ਪੈਣਗੇ। ਤਾਂ ਸਾਰੇ ਐਲੀਮੈਂਟਸ ਕਿਹਦੇ ਵਿੱਚ ਨੇ? ਯੂਨੀਵਰਸਲ ਸੈੱਟ ਯੂ ਦੇ ਵਿੱਚ ਨੇ। ਸੋ ਇਹ ਜਿਹੜੀ ਸਾਡੀ ਵੈਨ ਡਾਇਗਰਾਮ ਹੈ ਇਹ ਸਾਨੂੰ ਬੜਾ ਈਜ਼ੀ ਕਰ ਰਹੀ ਹੈ ਕੰਸੈਪਟ ਨੂੰ, ਕਿ ਜਦੋਂ ਮੈਂ ਯੂਨੀਵਰਸਲ ਸੈੱਟ ਯੂ ਸਾਰੇ ਦਾ ਉਲਟ ਲੈਣਾ ਹੈ, ਯੂ ਦੇ ਵਿੱਚੋਂ ਯੂ ਮਾਈਨਸ ਕਰਨਾ, ਤਾਂ ਆਨਸਰ ਮੇਰੇ ਪਾਸ ਕੀ ਆਉਣਾ? ਨਿਲ ਆਉਣਾ ਹੈ, ਨਲ ਸੈੱਟ ਆਉਣਾ ਹੈ, ਐਮਪਟੀ ਸੈੱਟ ਆਉਣਾ ਹੈ, ਵੋਇਡ ਸੈੱਟ ਆਉਣਾ ਹੈ। ਸੋ ਇਹ ਸਾਡਾ 5 ਹੋ ਗਿਆ। ਇਸੇ ਤਰ੍ਹਾਂ ਜੇ ਮੈਂ ਇਹਦੇ ਵਿੱਚੋਂ ਕੁਛ ਲਿਆ ਹੀ ਨਾ, ਇਹ ਮੇਰੇ ਪਾਸ ਯੂਨੀਵਰਸਲ ਸੈੱਟ ਯੂ ਆ ਅਤੇ ਮੈਂ ਕੋਈ ਸੈੱਟ ਇਹਦੇ ਵਿੱਚ ਕੋਈ ਐਲੀਮੈਂਟ ਚੂਜ਼ ਹੀ ਨਹੀਂ ਕੀਤਾ, ਉਸ ਦਾ ਕੰਪਲੀਮੈਂਟ ਲੈਣਾ ਹੈ, ਉਸ ਦਾ ਉਲਟ ਲੈਣਾ, ਤਾਂ ਉਸ ਦਾ ਸੈੱਟ ਕੀ ਆਏਗਾ? ਉਹ ਕੰਪਲੀਮੈਂਟ ਇਹ ਸਾਰਾ ਸੈੱਟ ਆਏਗਾ। ਜਦ ਕੋਈ ਮੈਂ ਐਲੀਮੈਂਟ ਲਿਆ ਹੀ ਨਹੀਂ ਹੈ ਤਾਂ ਉਹਦੇ ਉਲਟ ਦੇ ਵਿੱਚ ਜਾ ਕੇ ਕੀ ਲਵਾਂਗਾ? ਤਾਂ ਯੂਨੀਵਰਸਲ ਸੈੱਟ ਯੂ ਲਵਾਂਗਾ। ਸੋ ਇਸ ਤੋਂ ਬਾਅਦ ਸਾਡੇ ਪਾਸ ਹੈ ਡਬਲ ਕੰਪਲੀਮੈਂਟ। ਸੋ ਡਬਲ ਕੰਪਲੀਮੈਂਟ ਤੋਂ ਭਾਵ ਕੀ ਹੈ? ਪਹਿਲਾਂ ਮੈਂ ਏ ਦਾ ਕਿਸੇ ਸੈੱਟ ਦਾ ਕੰਪਲੀਮੈਂਟ ਲੈ ਲਿਆ, ਉਸ ਕੰਪਲੀਮੈਂਟ ਦਾ ਫਿਰ ਤੋਂ ਕੰਪਲੀਮੈਂਟ ਲੈ ਲਿਆ। ਤਾਂ ਇੱਥੋਂ ਹੀ ਅਸੀਂ ਇਹ ਸਮਝ ਸਕਦੇ ਹਾਂ ਕਿ ਮੈਂ ਪਹਿਲਾਂ ਏ ਦਾ ਕੰਪਲੀਮੈਂਟ ਲਿਆ, ਏ ਡੈਸ਼ ਆ ਗਿਆ, ਬਾਹਰ ਵਾਲਾ ਏਰੀਆ ਆ ਗਿਆ। ਸੋ ਬਾਹਰ ਵਾਲੇ ਏਰੀਆ 'ਤੇ ਜਾ ਕੇ ਮੈਂ ਫਿਰ ਤੋਂ ਕੰਪਲੀਮੈਂਟ ਲੈ ਲਿਆ, ਤਾਂ ਮੈਂ ਵਾਪਸ ਕਿੱਧਰ ਜਾਊਂਗਾ? ਇਸ ਏਰੀਏ ਵੱਲ ਜਾਊਂਗਾ। ਤਾਂ ਆਨਸਰ ਕੀ ਆਏਗਾ ਮੇਰੇ ਪਾਸ? ਸੈੱਟ ਇਟਸੈਲਫ। ਜਦੋਂ ਮੈਂ ਕਿਸੇ ਕੰਪਲੀਮੈਂਟ ਦਾ ਕੰਪਲੀਮੈਂਟ ਲੈਣਾ ਹੈ, ਡਬਲ ਕੰਪਲੀਮੈਂਟ ਲੈਣਾ ਕਿਸੇ ਇੱਕ ਸੈੱਟ ਦਾ, ਤਾਂ ਵਾਪਸ ਰਿਜ਼ਲਟ ਮੇਰੇ ਕੋਲ ਕੀ ਆਉਣਾ ਹੈ? ਸੈੱਟ ਇਟਸੈਲਫ ਆਏਗਾ। ਲਾਈਕ ਏ ਦਾ ਕੰਪਲੀਮੈਂਟ ਲਿਆ ਤਾਂ ਬਾਹਰ ਆ ਗਏ ਏ ਡੈਸ਼, ਏ ਡੈਸ਼ ਦਾ ਕੰਪਲੀਮੈਂਟ ਲਿਆ ਤਾਂ ਵਾਪਸ ਫਿਰ ਏ 'ਤੇ ਚਲੇ ਜਾਵਾਂਗੇ। ਸੋ ਸੈੱਟ ਇਟਸੈਲਫ। ਇਸ ਤੋਂ ਬਾਅਦ ਸਾਡੇ ਪਾਸ ਇੱਕ ਡੀ ਮੋਰਗਨ ਲਾ ਹੈ, ਉਹ ਆਪਾਂ ਸਮਝ ਲੈਂਦੇ ਹਾਂ, ਅਤੇ ਦੂਸਰਾ ਸਾਡੇ ਪਾਸ ਹੈ ਇੱਕ ਕੰਪਲੀਮੈਂਟ ਲਾਸ। ਦੋਨੋਂ ਐਕਸਪਲੇਨ ਕਰਦੇ ਆਪਾਂ ਨੈਕਸਟ ਸਟੈਪ ਦੇ ਵਿੱਚ। ਸੋ ਕੰਪਲੀਮੈਂਟ ਲਾਸ ਦੇ ਵਿੱਚ ਕੀ ਹੈ ਕਿ ਜੇਕਰ ਮੈਂ ਸੈੱਟ ਏ ਦੀ ਉਸ ਦੇ ਕੰਪਲੀਮੈਂਟ ਦੇ ਨਾਲ ਯੂਨੀਅਨ ਲੈ ਲਾਂ, ਇਸ ਦੇ ਲਈ ਅਸੀਂ ਵੈਨ ਡਾਇਗਰਾਮ ਬਣਾ ਲੈਂਦੇ ਹਾਂ ਇੱਕ। ਸੋ ਮੇਰੇ ਪਾਸ ਇਹ ਸੈੱਟ ਕੀ ਹੈ? ਏ, ਅਤੇ ਇਸ ਤੋਂ ਬਾਹਰ ਕੀ ਹੋਏਗਾ? ਇਹਦਾ ਆਪੋਜ਼ਿਟ ਇਹ ਵਾਲਾ ਏਰੀਆ, ਇਹ ਕੀ ਹੈ? ਸਾਡਾ ਏ ਡੈਸ਼ ਹੈ।
ਤਾਂ ਜਦੋਂ ਮੈਂ ਏ ਅਤੇ ਏ ਡੈਸ਼ ਦੀ ਯੂਨੀਅਨ ਲਊਂਗਾ, ਏ ਅਤੇ ਏ ਡੈਸ਼ ਦੋਨਾਂ ਦੀ ਯੂਨੀਅਨ ਮਿਲ ਕੇ ਕੀ ਬਣੇਗਾ, ਮੇਰਾ ਯੂਨੀਵਰਸਲ ਸੈੱਟ ਯੂ ਬਣੇਗਾ। ਕਿਉਂਕਿ ਏ ਦੇ ਵਿੱਚ ਇਹ ਵਾਲਾ ਏਰੀਆ ਹੈ ਅਤੇ ਏ ਡੈਸ਼ ਦੇ ਵਿੱਚ ਇਹ ਵਾਲਾ ਸਾਰਾ ਹੀ ਏਰੀਆ ਵਿੱਚ ਬਾਹਰ ਜਿਹੜਾ ਪਿਆ ਇਹ ਵਾਲਾ, ਤਾਂ ਦੋਨਾਂ ਨੂੰ ਜਦੋਂ ਮੈਂ ਯੂਨਾਈਟ ਕਰੂੰਗਾ, ਇਹਨਾਂ ਦੀ ਯੂਨੀਅਨ ਕਰੂੰਗਾ, ਤਾਂ ਮੇਰੇ ਪਾਸ ਆਨਸਰ ਕੀ ਆਏਗਾ, ਯੂਨੀਵਰਸਲ ਸੈੱਟ ਯੂ। ਇਸੇ ਤਰ੍ਹਾਂ ਜਦੋਂ ਮੈਂ ਏ ਦੀ ਇੰਟਰਸੈਕਸ਼ਨ ਲੈਣੀ ਹੋਵੇ ਏ ਕੰਪਲੀਮੈਂਟ ਦੇ ਨਾਲ, ਏ ਡੈਸ਼ ਦੇ ਨਾਲ, ਤਾਂ ਤੁਸੀਂ ਇੱਥੇ ਧਿਆਨ ਨਾਲ ਦੇਖੋ ਵੈਨ ਡਾਇਗਰਾਮ ਦੇ ਵਿੱਚ, ਇਹ ਮੇਰਾ ਸੈੱਟ ਏ ਹੈ, ਇਹ ਬਾਹਰ ਵਾਲਾ ਜਿਹੜਾ ਏਰੀਆ ਹੈ ਇਹ ਏ ਡੈਸ਼ ਨੂੰ ਰਿਪਰਜੈਂਟ ਕਰਦਾ ਹੈ। ਕੀ ਕੁਛ ਕਾਮਨ ਹੈ ਇਹਨਾਂ ਦੇ ਵਿੱਚ? ਨਥਿੰਗ, ਕੁਛ ਵੀ ਕਾਮਨ ਨਹੀਂ ਹੈ। ਇੱਕ ਵਿੱਚ ਹੈ ਅਤੇ ਦੂਸਰਾ ਬਾਹਰ ਹੈ, ਤਾਂ ਇਹਨਾਂ ਦੋਨਾਂ ਦੀ ਇੰਟਰਸੈਕਸ਼ਨ ਕੀ ਆਏਗੀ, ਐਂਪਟੀ ਸੈੱਟ ਫਾਈ ਆਏਗੀ, ਨਲ ਸੈੱਟ ਆਏਗੀ, ਵੋਇਡ ਸੈੱਟ ਆਏਗੀ। ਨੈਕਸਟ ਹੈ ਸਾਡੇ ਪਾਸ ਡੀ ਮੋਰਗਨ ਲਾ। ਸੋ ਇਸ ਨੂੰ ਅਸੀਂ ਨੈਕਸਟ ਸਟੈਪ ਦੇ ਵਿੱਚ ਵੈਨ ਡਾਇਗਰਾਮ ਦੇ ਨਾਲ ਵੀ ਸਮਝਾਂਗੇ ਕਿ ਈਜ਼ੀ ਹੈ। ਏ ਦਾ ਇਕੱਲਾ ਕੰਪਲੀਮੈਂਟ ਨਹੀਂ ਲੈ ਰਹੇ ਅਸੀਂ, ਯੂਨੀਅਨ ਦਾ ਵੀ ਨਾਲ ਕੰਪਲੀਮੈਂਟ ਲੈ ਰਹੇ ਹਾਂ। ਯੂਨੀਅਨ ਕਾਹਦੇ ਵਿੱਚ ਚੇਂਜ ਕਰ ਰਹੇ ਹਾਂ, ਇੰਟਰਸੈਕਸ਼ਨ ਦੇ ਵਿੱਚ ਚੇਂਜ ਕਰ ਰਹੇ ਹਾਂ। ਏ ਯੂਨੀਅਨ ਬੀ ਡੈਸ਼ ਕਿਸ ਦੇ ਬਰਾਬਰ ਹੋਏਗੀ, ਏ ਕੰਪਲੀਮੈਂਟ। ਯੂਨੀਅਨ ਕਿਹਦੇ ਵਿੱਚ ਚੇਂਜ ਹੋਊਗੀ, ਇੰਟਰਸੈਕਸ਼ਨ ਦੇ ਵਿੱਚ, ਅਤੇ ਬੀ ਕੰਪਲੀਮੈਂਟ। ਇਸੇ ਤਰ੍ਹਾਂ ਇੱਥੇ ਜਿਹੜੀ ਸਾਡੇ ਪਾਸ ਇੰਟਰਸੈਕਸ਼ਨ ਹੈ ਇਹ ਕਿਸ ਚੇਂਜ ਹੋ ਗਈ ਹੈ, ਯੂਨੀਅਨ ਦੇ ਵਿੱਚ। ਸੋ ਜਦੋਂ ਅਸੀਂ ਕੰਪਲੀਮੈਂਟ ਲੈਣਾ ਹੈ ਇਕੱਲਾ ਏ ਅਤੇ ਬੀ ਦਾ ਨਹੀਂ ਲੈ ਰਹੇ ਇੱਥੇ ਆਪਾਂ, ਨਾਲ ਇਹ ਵਾਲਾ ਜਿਹੜਾ ਇੰਟਰਸੈਕਸ਼ਨ ਪਾਰਟ ਹੈ ਇਸ ਦਾ ਵੀ ਲੈ ਰਹੇ ਹਾਂ। ਇੰਟਰਸੈਕਸ਼ਨ ਨੂੰ ਕਿਸ ਦੇ ਵਿੱਚ ਚੇਂਜ ਕਰ ਰਹੇ ਹਾਂ ਅਸੀਂ, ਯੂਨੀਅਨ ਦੇ ਵਿੱਚ। ਨੈਕਸਟ ਸਟੈਪ ਦੇ ਵਿੱਚ ਅਸੀਂ ਵੈਨ ਡਾਇਗਰਾਮ ਦੇ ਨਾਲ ਇਸ ਰਿਲੇਸ਼ਨ ਨੂੰ ਐਸਟੈਬਲਿਸ਼ ਕਰਕੇ ਦੇਖਦੇ ਹਾਂ ਕਿ ਇਹ ਹੁੰਦਾ ਜਾਂ ਨਹੀਂ ਹੁੰਦਾ। ਸੋ ਪਹਿਲਾਂ ਅਸੀਂ ਲੈਫਟ ਹੈਂਡ ਸਾਈਡ ਏ ਯੂਨੀਅਨ ਬੀ ਹੈ ਸਾਡੇ ਪਾਸ, ਉਸ ਦਾ ਕੀ ਲੈਣਾ ਹੈ, ਕੰਪਲੀਮੈਂਟ। ਸੋ ਮੈਂ ਦੋ ਸੈੱਟ ਲੈ ਲੈਣੇ, ਏ ਅਤੇ ਬੀ। ਸੋ ਇਹਨਾਂ ਦੀ ਯੂਨੀਅਨ ਦੇ ਵਿੱਚ ਕਿਹੜਾ ਏਰੀਆ ਆਏਗਾ, ਜੇ ਮੈਂ ਏਰੀਏ ਦੀ ਗੱਲ ਕਰਾਂ ਤਾਂ ਏ ਯੂਨੀਅਨ ਬੀ ਦੇ ਵਿੱਚ ਇਹ ਵਾਲਾ ਏਰੀਆ ਆਏਗਾ। ਠੀਕ ਹੈ, ਤਾਂ ਹੁਣ ਅਸੀਂ ਇਸ ਦਾ ਕੀ ਲੈਣਾ ਹੈ, ਕੰਪਲੀਮੈਂਟ। ਸੋ ਏ ਯੂਨੀਅਨ ਬੀ ਇਹ ਵਾਲਾ ਸੈਕਸ਼ਨ ਹੈ ਸਾਡਾ, ਤਾਂ ਕੰਪਲੀਮੈਂਟ ਦਾ ਮਤਲਬ ਹੈ ਇਸ ਤੋਂ ਉਲਟ ਯੂਨੀਵਰਸਲ ਸੈੱਟ ਦੇ ਵਿੱਚੋਂ ਅਸੀਂ ਇਸ ਏਰੀਏ ਨੂੰ ਹਟਾ ਦੇਣਾ ਹੈ। ਤਾਂ ਏ ਯੂਨੀਅਨ ਏ ਡੈਸ਼ ਕੀ ਬਣੇਗਾ, ਇਹ ਵਾਲਾ ਏਰੀਆ ਬਣੇਗਾ ਬਾਹਰ ਵਾਲਾ। ਓਕੇ, ਤਾਂ ਇਹ ਸਾਡਾ ਬਣ ਗਿਆ ਏ ਯੂਨੀਅਨ ਬੀ ਕੰਪਲੀਮੈਂਟ। ਅਸੀਂ ਇਸ ਦਾ ਕੀ ਲੈ ਲਿਆ, ਕੰਪਲੀਮੈਂਟ। ਸੋ ਸਾਡੇ ਪਾਸ ਰਾਈਟ ਹੈਂਡ ਸਾਈਡ ਕੀ ਹੈ, ਏ ਡੈਸ਼ ਅਤੇ ਬੀ ਡੈਸ਼। ਸੋ ਅਸੀਂ ਪਹਿਲਾਂ ਸੈੱਟ ਏ ਦਾ ਕੰਪਲੀਮੈਂਟ ਫਾਈਂਡ ਕਰਦੇ ਹਾਂ, ਫਿਰ ਸੈੱਟ ਬੀ ਦਾ। ਸੋ ਮੈਂ ਇਹ ਸੇਮ ਜਿਹੜੀ ਡਾਇਗਰਾਮ ਆ ਬਣਾ ਲਈ ਹੈ। ਸੈੱਟ ਏ ਦੇ ਵਿੱਚ ਕਿਹੜਾ ਏਰੀਆ ਆ ਰਿਹਾ ਹੈ, ਇਹ ਸੈੱਟ ਮੇਰਾ ਕੀ ਹੈ, ਇਹ ਹੈ ਸਾਰਾ ਹੀ। ਸਿੰਪਲੀ ਮੈਂ ਏ ਨੂੰ ਕੀਤਾ ਹੈ, ਤਾਂ ਏ ਦਾ ਕੰਪਲੀਮੈਂਟ ਕੀ ਹੋਏਗਾ। ਸੋ ਮੈਂ ਏ ਨੂੰ ਛੱਡ ਦਿੰਦਾ ਇੰਨੇ ਨੂੰ, ਬਾਕੀ ਸਾਰਾ ਵਿੱਚ ਕੁਛ ਬੀ ਦਾ ਪਾਰਟ ਵੀ ਆ ਜਾਏਗਾ ਜਦੋਂ ਮੈਂ ਏ ਡੈਸ਼ ਫਾਈਂਡ ਕਰੂੰਗਾ। ਠੀਕ ਹੈ ਜੀ। ਇਸੇ ਤਰ੍ਹਾਂ ਇੱਥੇ ਮੇਰੇ ਪਾਸ ਬੀ, ਇਹ ਸੈੱਟ ਮੈਂ ਬੀ ਨੂੰ ਰਿਪਰਜੈਂਟ ਕਰਦਾ, ਇਹ ਬੀ ਲੈ ਲੈਂਦੇ ਹਾਂ ਅਸੀਂ। ਸੋ ਬੀ ਦੇ ਵਿੱਚ ਮੈਂ ਬੀ ਵਾਲਾ ਏਰੀਆ ਡਾਰਕ ਕਰਤਾ, ਅਤੇ ਬੀ ਦਾ ਮੈਂ ਕੀ ਲੈਣਾ ਹੈ, ਡੈਸ਼, ਬੀ ਦਾ ਕੰਪਲੀਮੈਂਟ। ਬੀ ਦੇ ਕੰਪਲੀਮੈਂਟ ਦੇ ਵਿੱਚ ਬੀ ਵਾਲਾ ਏਰੀਆ ਛੱਡ ਕੇ ਬਾਕੀ ਸਾਰਾ ਏਰੀਆ। ਇਹ ਤੁਹਾਡੀ ਐਕਸਰਸਾਈਜ਼ ਦੇ ਵਿੱਚ ਕੁਐਸਚਨ ਵੀ ਹੈ ਸੇਮ। ਤਾਂ ਸਾਡੇ ਪਾਸ ਕੀ ਆ ਗਿਆ, ਇਹ ਬੀ ਕੰਪਲੀਮੈਂਟ ਆ ਗਿਆ, ਬੀ ਤੋਂ ਬਾਹਰ ਵਾਲਾ ਏਰੀਆ ਵਾਲਾ। ਸੋ ਹੁਣ ਅਸੀਂ ਏ ਡੈਸ਼ ਅਤੇ ਬੀ ਡੈਸ਼ ਦੋਨਾਂ ਦੀ ਕੀ ਲੈਣੀ ਹੈ, ਇੰਟਰਸੈਕਸ਼ਨ। ਏ ਡੈਸ਼ ਇੰਟਰਸੈਕਸ਼ਨ ਬੀ ਡੈਸ਼। ਤਾਂ ਮੈਂ ਇਹਨਾਂ ਦੋਨਾਂ ਨੂੰ ਓਵਰਲੈਪ ਕਰਨਾ ਹੈ। ਦੋਨੇ ਜਿਹੜੀਆਂ ਪਿਕਚਰਸ ਨੇ ਇਹਨਾਂ ਨੂੰ ਅਸੀਂ ਇੱਕ ਦੂਜੇ ਦੇ ਉੱਪਰ ਰੱਖਣਾ ਹੈ ਅਤੇ ਦੇਖਣਾ ਹੈ ਕਿ ਕਾਮਨ ਏਰੀਆ ਕਿਹੜਾ ਆਉਂਦਾ ਹੈ। ਸੋ ਜੇ ਮੈਂ ਧਿਆਨ ਨਾਲ ਦੇਖਾਂ ਕਾਮਨ ਏਰੀਆ, ਤਾਂ ਇਹ ਵਾਲਾ ਤਾਂ ਨਹੀਂ ਆ ਰਿਹਾ ਕਾਮਨ। ਇੱਥੇ ਕਲਰ ਹੈ, ਇੱਥੇ ਕਲਰ ਨਹੀਂ ਹੈ। ਇਸੇ ਤਰ੍ਹਾਂ ਇੱਥੇ ਕਲਰ ਨਹੀਂ ਹੈ, ਇੱਥੇ ਕਲਰ ਹੈਗਾ ਏ। ਸੋ ਇਹ ਤਾਂ ਵੈਸੇ ਹੀ ਸਾਡੇ ਪਾਸ ਆ ਹੀ ਨਹੀਂ ਰਿਹਾ ਹੈ। ਸੋ ਕਾਮਨ ਏਰੀਆ ਕਿਹੜਾ ਆਉਂਦਾ ਮੇਰੇ ਪਾਸ, ਇਹ ਵਾਲਾ ਏਰੀਆ ਸ਼ੇਡ ਹੋਇਆ, ਦੇਖੋ ਇਹ ਵਾਲਾ ਏਰੀਆ ਸ਼ੇਡਡ ਹੈ ਬਾਰ-ਬਾਰ। ਇੱਥੇ ਇਹ ਗ੍ਰੀਨ ਪਾਰਟ ਹੈ, ਇੱਥੇ ਗ੍ਰੀਨ ਪਾਰਟ ਨਹੀਂ ਹੈ, ਸੋ ਕਾਮਨ ਨਹੀਂ ਆਏਗਾ। ਇੱਥੇ ਗ੍ਰੀਨ ਪਾਰਟ ਇੱਧਰ ਹੈ, ਇੱਥੇ ਨਹੀਂ ਹੈ, ਇਹ ਵੀ ਕਾਮਨ ਨਹੀਂ ਆਏਗਾ। ਇਹ ਵਾਲਾ ਸੈਕਸ਼ਨ ਤਾਂ ਸਾਡੇ ਪਾਸ ਹੈ ਹੀ ਨਹੀਂ, ਇਹ ਐਲੀਮੈਂਟ ਤਾਂ ਇਹਨਾਂ ਦੇ ਵਿੱਚ ਬਿਲੋਂਗ ਹੀ ਨਹੀਂ ਕਰਦੇ, ਉਹਦਾ ਅਸੀਂ ਲੈਣਾ ਹੀ ਨਹੀਂ ਹੈ। ਸੋ ਆਨਸਰ ਦੇ ਵਿੱਚ ਅਸੀਂ ਕਿਸ ਦੇ ਵਿੱਚ ਕਲਰ ਕਰਨਾ ਹੈ, ਡਾਰਕ ਕਰਨਾ ਹੈ ਇਸ ਨੂੰ, ਬਾਹਰ ਵਾਲਾ ਏਰੀਆ ਹੈ, ਇਸ ਤਰ੍ਹਾਂ। ਸੋ ਜਿਹੜੀ ਸਾਡੀ ਇਹ ਫਿਗਰ ਹੈ ਇਹਦੇ ਨਾਲ ਬਿਲਕੁਲ ਮੈਚ ਕਰਦੀ ਹੈ। ਏ ਯੂਨੀਅਨ ਬੀ ਡੈਸ਼ ਜੋ ਬਾਹਰ ਵਾਲਾ ਏਰੀਆ ਇਹਦੇ ਵਿੱਚ,
ਬਿਲਕੁਲ ਸੇਮ ਆ ਗਿਆ, A ਡੈਸ਼ ਇੰਟਰਸੈਕਸ਼ਨ B ਡੈਸ਼, ਕੰਪਲੀਮੈਂਟ ਆਫ A ਇੰਟਰਸੈਕਸ਼ਨ ਵਿਦ ਕੰਪਲੀਮੈਂਟ ਆਫ B। ਸੋ ਜਿਹੜਾ ਕੁਐਸਚਨ ਹੈ ਬਿਲਕੁਲ ਇਹ ਸੇਮ ਸਾਡਾ ਐਕਸਰਸਾਈਜ਼ 1.5 ਦੇ ਵਿੱਚ ਕੁਐਸਚਨ ਨੰਬਰ 5 ਦੇ ਵਿੱਚ 4 ਪਾਰਟ ਨੇ। ਇੱਕ ਪਾਰਟ ਦੇ ਵਿੱਚ ਤੁਹਾਨੂੰ ਇਹ ਬਣਾਉਣ ਲਈ ਕਿਹਾ ਗਿਆ ਹੈ, ਇੱਕ ਪਾਰਟ ਦੇ ਵਿੱਚ ਤੁਹਾਨੂੰ ਇਹ ਬਣਾਉਣ ਲਈ ਕਿਹਾ ਗਿਆ ਹੈ। 2 ਪਾਰਟ ਹੋਰ ਨੇ। ਜਿਹੜਾ ਅਸੀਂ ਸੈਕੰਡ ਰੂਲ ਪੜ੍ਹਿਆ ਸੀ, A ਇੰਟਰਸੈਕਸ਼ਨ B ਹੋਲ ਕੰਪਲੀਮੈਂਟ ਇਜ਼ ਇਕੁਅਲ ਟੂ A ਕੰਪਲੀਮੈਂਟ ਯੂਨੀਅਨ B ਕੰਪਲੀਮੈਂਟ, ਉਹਦੀ ਵੀ ਅਸੀਂ ਵੈਨ ਡਾਇਗਰਾਮ ਬਣਾ ਕੇ ਇਹ ਵਾਲਾ ਰਿਲੇਸ਼ਨ ਜਿਹੜਾ ਹੈ ਉਹ ਐਸਟੈਬਲਿਸ਼ ਕਰ ਲੈਂਦੇ ਹਾਂ। ਸੋ ਜਿਹੜੀ ਫਸਟ ਸਾਡੇ ਪਾਸ ਵੈਨ ਡਾਇਗਰਾਮ ਆ ਉਹ ਹੈ A ਇੰਟਰਸੈਕਸ਼ਨ B। A ਇੰਟਰਸੈਕਸ਼ਨ B, ਉਸ ਦਾ ਅਸੀਂ ਕੀ ਲੈਣਾ ਹੈ, ਕੰਪਲੀਮੈਂਟ ਲੈਣਾ ਹੈ। ਸੋ ਪਹਿਲਾਂ ਅਸੀਂ A ਇੰਟਰਸੈਕਸ਼ਨ B ਦਾ ਜਿਹੜਾ ਏਰੀਆ ਹੈ ਉਸ ਨੂੰ ਡਾਰਕ ਕਰਦੇ ਹਾਂ। ਸੋ A ਤੇ B ਦੇ ਵਿੱਚ ਇੰਟਰਸੈਕਸ਼ਨ, ਤੇ ਇੰਟਰਸੈਕਸ਼ਨ ਕਿੱਥੇ ਹੋ ਰਹੀ ਹੈ, ਇੱਥੇ ਹੋ ਰਹੀ ਆ। ਸੋ A ਇੰਟਰਸੈਕਸ਼ਨ B ਕੀ ਹੋਈ, ਇਹ ਵਾਲਾ ਏਰੀਆ ਹੋਏਗਾ। ਸੋ A ਇੰਟਰਸੈਕਸ਼ਨ B ਦਾ ਅਸੀਂ ਕੀ ਲੈਣਾ ਹੈ, ਕੰਪਲੀਮੈਂਟ, ਮੀਨਸ ਇਸ ਤੋਂ ਬਾਹਰ ਵਾਲਾ ਏਰੀਆ, ਇਸ ਤੋਂ ਆਪੋਜ਼ਿਟ ਏਰੀਆ। ਸੋ ਮੈਂ ਇਹ ਵਾਲਾ ਏਰੀਆ ਛੱਡ ਦਾਂਗਾ ਤਾਂ A ਇੰਟਰਸੈਕਸ਼ਨ B ਦੇ ਵਿੱਚ ਕੀ ਆ ਜਾਏਗਾ, ਇਹ ਸਾਰਾ ਏਰੀਆ ਆ ਜਾਏਗਾ ਇਸ ਦੇ ਕੰਪਲੀਮੈਂਟ ਦੇ ਵਿੱਚ। ਸੌਰੀ, A ਇੰਟਰਸੈਕਸ਼ਨ B ਦਾ ਜੋ ਮੈਂ ਕੰਪਲੀਮੈਂਟ ਲਾਉਂਗਾ ਤਾਂ ਉਸ ਦੇ ਵਿੱਚ ਇਹ ਵਾਲਾ ਏਰੀਆ ਸਾਰਾ ਆ ਜਾਏਗਾ, ਸਿਰਫ ਸੈਂਟਰਲ ਪੋਰਸ਼ਨ ਨੂੰ ਛੱਡ ਕੇ। ਤਾਂ ਅਸੀਂ ਇਹ ਵਾਲਾ ਏਰੀਆ ਛੱਡਤਾ ਹੈ, ਇਹ ਇਸ ਤੋਂ ਉਲਟ ਲੈ ਲਿਆ ਹੈ। ਤਾਂ ਹੁਣ ਅਸੀਂ ਚੈੱਕ ਕਰਨਾ ਹੈ ਕਿ A ਡੈਸ਼ ਯੂਨੀਅਨ B ਡੈਸ਼, A ਕੰਪਲੀਮੈਂਟ ਯੂਨੀਅਨ ਵਿਦ B ਕੰਪਲੀਮੈਂਟ, ਕੀ ਇਹ ਸੇਮ ਫਿਗਰ ਬਣਦੀ ਹੈ ਸਾਡੇ ਪਾਸ। ਸੋ ਅਸੀਂ ਪਹਿਲਾਂ ਕੀ ਲੈਂਦੇ ਹਾਂ, A ਦਾ ਕੰਪਲੀਮੈਂਟ ਅਤੇ ਫਿਰ B ਦਾ ਕੰਪਲੀਮੈਂਟ, ਦੋਨਾਂ ਦੀ ਕੀ ਕਰਦੇ ਹਾਂ, ਯੂਨੀਅਨ। ਸੋ ਸੈੱਟ A, ਸੈੱਟ A ਮੇਰੇ ਪਾਸ ਕਿੱਥੇ ਤੱਕ ਹੈ, ਇੱਥੇ ਤੱਕ ਹੈ। ਅਤੇ ਇਸ ਦਾ ਕੰਪਲੀਮੈਂਟ ਕੀ ਹੋਏਗਾ, ਇਸ ਦਾ ਕੰਪਲੀਮੈਂਟ ਇਸ ਤੋਂ ਬਾਹਰ ਵਾਲਾ ਏਰੀਆ ਸਾਰਾ ਹੀ। ਈਵਨ ਕੀ ਆ ਜਾਏਗਾ ਵਿੱਚ ਸੈੱਟ ਇਸ ਦੇ ਇੰਨਾ ਪੋਰਸ਼ਨ ਤੋਂ ਬਾਹਰ ਵਾਲਾ ਏਰੀਆ, ਇਹ ਵੀ ਆ ਜਾਏਗਾ ਵਿੱਚ। ਇਸੇ ਤਰ੍ਹਾਂ B, ਇਹ ਸੈੱਟ B ਮੇਰੇ ਕੋਲ ਕਿਹੜਾ ਹੈ, ਇਸ ਸਾਈਡ ਹੈ। ਇਹ ਮੈਂ ਸੈੱਟ B ਡਾਰਕ ਕਰ ਲਿਆ ਹੈ। ਤਾਂ B ਦਾ ਕੰਪਲੀਮੈਂਟ ਕੀ ਹੋਏਗਾ, B ਡੈਸ਼। ਸੋ B ਤੋਂ ਬਾਹਰ ਵਾਲਾ ਏਰੀਆ, B ਨੂੰ ਛੱਡ ਕੇ ਬਾਕੀ ਸਾਰਾ ਏਰੀਆ। ਸਿਰਫ B ਛੱਡਤਾ ਹੈ ਅਸੀਂ, ਅਤੇ B ਤੋਂ ਬਾਹਰ ਵਾਲਾ ਏਰੀਆ। ਸੋ ਨੈਕਸਟ ਸਟੈਪ ਕੀ ਹੈ ਸਾਡੇ ਪਾਸ, ਕਿ ਅਸੀਂ ਦੋਨਾਂ ਦੀ ਕੀ ਲੈਣੀ ਹੈ, A ਡੈਸ਼ ਯੂਨੀਅਨ B ਡੈਸ਼। ਅਸੀਂ ਇਹਨਾਂ ਦੋਵੇਂ ਪਿਕਚਰਸ ਨੂੰ ਕੰਬਾਈਨ ਕਰਨਾ ਹੈ, ਇਕੱਠਾ ਕਰਨਾ ਹੈ। ਇੰਟਰਸੈਕਸ਼ਨ ਹੀ ਲੈਣੀ ਹੈ, ਅਸੀਂ ਉਹ ਕਲਰ ਫਿਲ ਕਰਨਾ ਹੈ ਜਾਂ ਜਿਹੜਾ ਤਾਂ ਇੱਥੇ ਫਿਲ ਹੋਵੇ ਜਾਂ ਇੱਥੇ ਫਿਲ ਹੋਵੇ, ਕਾਮਨ ਕਲਰਸ ਲੈਣੇ ਨੇ। ਸੋ ਜੇ ਮੈਂ ਧਿਆਨ ਨਾਲ ਦੇਖਾਂ, ਇੱਥੇ B ਵਾਲੇ ਦੇ ਵਿੱਚ ਫਿਲ ਹੈਗਾ B ਇੰਨਾ ਹਿੱਸਾ, ਸੋ ਇਹ ਮੈਂ ਫਿਲ ਕਰ ਸਕਦਾ ਇੱਥੇ। ਬਾਹਰ ਵਾਲਾ ਤਾਂ ਸਾਰੇ 'ਚ ਹੈ, ਇਹਦੇ ਵਿੱਚ ਵੀ ਹੈ, ਸੋ ਬਾਹਰ ਵਾਲਾ ਵੀ ਫਿਲ ਹੋ ਜਾਏਗਾ। ਇੱਧਰ ਇਸ ਵਾਰ ਪੋਰਸ਼ਨ ਨੂੰ ਛੱਡ ਕੇ ਇਹ ਵਾਲਾ ਏਰੀਆ ਫਿਲ ਹੈ, ਤਾਂ ਯੂਨੀਅਨ ਦੇ ਵਿੱਚ ਇਹ ਵੀ ਆ ਜਾਏਗਾ। ਤਾਂ ਰਹਿ ਕੀ ਗਿਆ ਸਾਡੇ ਪਾਸ, ਸਿਰਫ ਇਹ ਵਾਲਾ ਏਰੀਆ ਅਸੀਂ ਡਾਰਕ ਨਹੀਂ ਕੀਤਾ ਸੈਂਟਰ 'ਤੇ, ਜਿਸ ਤਰ੍ਹਾਂ ਇੱਥੇ ਅਸੀਂ ਸੈਂਟਰ 'ਤੇ ਡਾਰਕ ਨਹੀਂ ਕੀਤਾ। ਸੋ ਦੋਵੇਂ ਪਿਕਚਰਸ ਕੀ ਬਣ ਗਈਆਂ ਨੇ ਸਾਡੇ ਪਾਸ, ਵੈਨ ਡਾਇਗਰਾਮਸ ਕੀ ਬਣੀਆਂ ਨੇ, ਸੇਮ ਬਣੀਆਂ ਨੇ। ਇਹ ਤੋਂ ਭਾਵ ਕੀ ਹੋਇਆ ਕਿ A ਇੰਟਰਸੈਕਸ਼ਨ B ਦਾ ਜਿਹੜਾ ਅਸੀਂ ਕੰਪਲੀਮੈਂਟ ਲਵਾਂਗੇ ਦੈਟ ਇਜ਼ ਇਕੁਅਲ ਟੂ A ਕੰਪਲੀਮੈਂਟ ਯੂਨੀਅਨ B ਕੰਪਲੀਮੈਂਟ। ਸੋ ਇਹ ਸਾਡਾ ਰਿਲੇਸ਼ਨ ਜਿਹੜਾ ਹੈ ਉਹ ਵੈਨ ਡਾਇਗਰਾਮ ਤੋਂ ਵੀ ਕੀ ਹੁੰਦਾ ਹੈ, ਐਸਟੈਬਲਿਸ਼ ਹੁੰਦਾ ਹੈ, ਸਥਾਪਿਤ ਹੁੰਦਾ ਹੈ। ਸੋ ਇਸ ਤੋਂ ਬਾਅਦ ਅਸੀਂ ਐਕਸਰਸਾਈਜ਼ 1.5 ਦੇ ਜਿਹੜੇ ਕੁਛ ਕੁਐਸਚਨਸ ਨੂੰ ਡਿਸਕਸ ਕਰ ਲੈਂਦੇ ਹਾਂ, ਅਤੇ ਜਿਹੜਾ ਕੰਸੈਪਟ ਆ ਤੁਹਾਨੂੰ ਮੈਨੂੰ ਉਮੀਦ ਹੈ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕਲੀਅਰ ਹੋ ਜਾਏਗਾ। ਸੋ ਦੋਸਤੋ, ਕਈ ਸਾਥੀ ਵੀਡੀਓ ਦੇਖਣ ਆਉਂਦੇ ਨੇ ਅਤੇ ਟੌਪਿਕ ਵੀ ਵਧੀਆ ਸਮਝਦੇ ਨੇ, ਉਮੀਦ ਹੈ ਤੁਹਾਨੂੰ ਸਮਝ ਵੀ ਆਉਂਦਾ ਹੋਊਗਾ, ਬਟ ਜਦੋਂ ਲਾਈਕ ਜਾਂ ਸਬਸਕ੍ਰਾਈਬ ਬਟਨ ਪ੍ਰੈਸ ਕਰਨ ਦੀ ਵਾਰੀ ਆਉਂਦੀ ਹੈ ਤਾਂ ਉੱਥੇ ਕਾਫੀ ਕੰਜੂਸੀ ਵਰਤ ਜਾਂਦੇ ਨੇ। ਸੋ ਦੋਸਤੋ, ਅਜਿਹੇ ਸਾਥੀਆਂ ਨੂੰ ਰਿਕੁਐਸਟ ਹੈ ਕਿ ਲਾਈਕ ਅਤੇ ਸਬਸਕ੍ਰਾਈਬ ਬਟਨ ਜ਼ਰੂਰ ਪ੍ਰੈਸ ਕਰ ਦਿਆ ਕਰੋ, ਅਤੇ ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਬਾਕੀ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਅਤੇ ਇਸ ਤੋਂ ਬਾਅਦ ਅਸੀਂ ਐਕਸਰਸਾਈਜ਼ 1.5 ਜਿਹੜੀ ਆ ਸਟਾਰਟ ਕਰਦੇ ਹਾਂ। ਸੋ ਫਸਟ ਕੁਐਸਚਨ ਸਾਡੇ ਪਾਸ ਐਕਸਰਸਾਈਜ਼ 1.5 ਦੇ ਵਿੱਚ ਸਾਨੂੰ ਯੂਨੀਵਰਸਲ ਸੈੱਟ U ਦਿੱਤਾ ਹੈ, ਸੈੱਟ A ਦਿੱਤਾ ਹੈ, B ਦਿੱਤਾ ਹੈ ਅਤੇ ਸੈੱਟ C ਦਿੱਤਾ ਹੈ। ਸੋ ਸਾਨੂੰ ਫਸਟ ਪਾਰਟ ਦੇ ਵਿੱਚ ਪੁੱਛਿਆ ਗਿਆ A ਡੈਸ਼। ਤਾਂ ਆਪਾਂ ਨੇ ਜਦੋਂ ਕੰਪਲੀਮੈਂਟ ਲਿਆ ਸੀ ਕਿ A ਕੰਪਲੀਮੈਂਟ ਫਾਈਂਡ ਕਿਸ ਤਰ੍ਹਾਂ ਕਰਨਾ ਹੈ, ਤਾਂ ਅਸੀਂ ਯੂਨੀਵਰਸਲ ਸੈੱਟ U ਦੇ ਵਿੱਚੋਂ A ਨੂੰ ਮਾਈਨਸ ਕਰ ਦੇਣਾ ਹੈ, ਡਿਫਰੈਂਸ ਲੈਣਾ ਇਹਨਾਂ ਦਾ ਆਪਾਂ ਨੇ ਇੱਕ ਤਰੀਕੇ ਨਾਲ। ਸੋ ਅਸੀਂ ਜਿਹੜੇ ਕਾਮਨ ਐਲੀਮੈਂਟਸ ਨੇ ਉਹਨਾਂ ਨੂੰ ਛੱਡ ਦੇਣਾ ਹੈ, 1 1 2 2 3 3 4 4, ਤਾਂ ਬਾਕੀ ਕੀ ਰਹਿ ਗਏ 5 6 7 8 9। ਤਾਂ A ਕੰਪਲੀਮੈਂਟ ਦੇ ਵਿੱਚ ਕੀ ਆਏਗਾ 5 6 7 8 9। ਸੋ A ਦੇ ਵਿੱਚ ਜਿਹੜੇ ਨਹੀਂ ਨੇ
ਅਸੀਂ ਉਹ ਲਿਖਣੇ ਨੇ। ਤਾਂ ਮੈਂ ਯੂਨੀਵਰਸਲ ਸੈੱਟ ਦੇ ਨਾਲ ਏ ਨੂੰ ਕੰਪੇਅਰ ਕੀਤਾ। ਏ ਦੇ ਵਿੱਚ 1 2 3 4 ਹੈਗੇ ਨੇ, ਹੈ ਕੀ ਨਹੀਂ? ਨਹੀਂ ਹੈਗਾ 5, ਨਹੀਂ ਹੈਗਾ 6 ਨਹੀਂ ਹੈ, 7 ਨਹੀਂ ਹੈ, 8 ਨਹੀਂ ਹੈ ਅਤੇ 9 ਨਹੀਂ ਹੈ। ਸੋ ਇਸੇ ਤਰ੍ਹਾਂ ਬੀ ਡੈਸ਼ ਕੀ ਹੋਏਗਾ? ਬੀ ਡੈਸ਼ ਦੇ ਵਿੱਚ ਬੀ ਦੇ ਵਿੱਚ ਮੇਰੇ ਪਾਸ 2 4 6 8 ਹੈਗੇ ਨੇ। ਬੀ ਦੇ ਵਿੱਚ 2 ਹੈ, 4 ਹੈ, 6 ਹੈ ਅਤੇ 8 ਹੈ ਕੀ ਨਹੀਂ? ਕਿਹੜੇ ਘੱਟ ਨੇ? ਜੇ ਮੈਂ ਯੂਨੀਵਰਸਲ ਸੈੱਟ ਦੇ ਨਾਲ ਇਹਨੂੰ ਮਿਲਾ ਕੇ ਦੇਖਾਂ ਕੀ ਨਹੀਂ ਹੈਗਾ, ਤਾਂ ਉਹ ਬੀ ਡੈਸ਼ ਦੇ ਵਿੱਚ ਆਏਗਾ ਕੰਪਲੀਮੈਂਟ ਦੇ ਵਿੱਚ। 1 ਨਹੀਂ ਹੈ, 3 ਨਹੀਂ ਹੈ, 5 ਨਹੀਂ ਹੈ, 7 ਨਹੀਂ ਹੈ ਅਤੇ 9 ਨਹੀਂ ਹੈ। ਇਹ ਹੋ ਗਿਆ ਸਾਡਾ ਬੀ ਕੰਪਲੀਮੈਂਟ ਬੀ ਡੈਸ਼। ਸੋ ਨੈਕਸਟ ਪਾਰਟ ਦੇ ਵਿੱਚ ਸਾਨੂੰ ਪੁੱਛਿਆ ਗਿਆ ਏ ਯੂਨੀਅਨ ਸੀ ਦਾ ਕੰਪਲੀਮੈਂਟ। ਬਟ ਪ੍ਰੋਬਲਮ ਕੀ ਹੈ ਕਿ ਮੇਰੇ ਪਾਸ ਏ ਯੂਨੀਅਨ ਸੀ ਸੈੱਟ ਹੀ ਨਹੀਂ ਹੈ। ਸੋ ਪਹਿਲਾਂ ਮੈਨੂੰ ਕੀ ਕਰਨਾ ਪਊਗਾ? ਏ ਯੂਨੀਅਨ ਸੀ ਫਾਈਂਡ ਕਰਨਾ ਪਊਗਾ। ਸੋ ਪਹਿਲਾਂ ਅਸੀਂ ਏ ਯੂਨੀਅਨ ਸੀ ਫਾਈਂਡ ਕਰਾਂਗੇ। ਯੂਨੀਅਨ ਕੀ ਹੈ? ਯੂਨੀਅਨ ਹੈ ਸਾਡੇ ਪਾਸ ਐਲੀਮੈਂਟ ਏ ਦੇ ਵਿੱਚ ਹੋਵੇ ਜਾਂ ਸੀ ਦੇ ਵਿੱਚ ਹੋਵੇ, ਅਸੀਂ ਸੈੱਟ ਦੇ ਵਿੱਚ ਲਿਖ ਲਾਂਗੇ। ਸੋ ਏ ਦੇ ਵਿੱਚ ਕੀ ਆ ਰਿਹਾ ਮੇਰੇ ਪਾਸ? 1 2 3 ਦੋਨਾਂ 'ਚ ਕਾਮਨ ਹੈ, 4 ਦੋਨਾਂ 'ਚ ਕਾਮਨ ਹੈ, 5 ਬੀ 'ਚ ਸੀ 'ਚ ਸੌਰੀ ਅਤੇ ਸੀ 'ਚ 6 ਵੀ ਹੈ। ਸੋ 1 2 3 4 3 4 ਕਾਮਨ ਨੇ, 5 6 ਟੋਟਲ ਐਲੀਮੈਂਟ ਸਾਡੇ ਪਾਸ 1 2 3 4 5 6 ਹੋ ਗਏ। ਸੋ ਅਸੀਂ ਏ ਯੂਨੀਅਨ ਸੀ ਦਾ ਕੀ ਲੈਣਾ ਹੈ? ਕੰਪਲੀਮੈਂਟ। ਇਸ ਤੋਂ ਉਲਟ ਲੈਣਾ ਹੈ, ਯੂਨੀਵਰਸਲ ਸੈੱਟ ਯੂ ਦੇ ਨਾਲ ਅਸੀਂ ਕੰਪੇਅਰ ਕਰਨਾ ਹੈ। ਇਹਦੇ ਵਿੱਚ ਕਿਹੜੇ ਕਿਹੜੇ ਐਲੀਮੈਂਟਸ ਹੈਗੇ ਨੇ? 1 2 3 4 5 6 ਹੈਗੇ ਨੇ। ਮਿਸਿੰਗ ਕਿਹੜੇ ਨੇ? 6 ਤੱਕ ਤਾਂ ਹੈਗੇ ਨੇ, 7 8 ਅਤੇ 9 ਮਿਸਿੰਗ ਨੇ। ਸੋ ਏ ਯੂਨੀਅਨ ਸੀ ਡੈਸ਼ ਦੇ ਵਿੱਚ ਕੀ ਆਏਗਾ? 7 8 ਅਤੇ 9। ਬੜਾ ਈਜ਼ੀ ਹੈ। ਸੋ ਜਿਹੜੇ ਹੈਗੇ ਨੇ ਉਹ ਛੱਡ ਦੇਣੇ ਨੇ, ਜੋ ਰਹਿ ਗਏ ਯੂਨੀਵਰਸਲ ਸੈੱਟ ਦੇ ਐਲੀਮੈਂਟਸ ਉਹ ਅਸੀਂ ਕੰਪਲੀਮੈਂਟ ਦੇ ਵਿੱਚ ਲਿਖ ਦੇਣੇ ਨੇ। ਇਸ ਤੋਂ ਬਾਅਦ ਸਾਡੇ ਪਾਸ ਹੈ ਕੰਪਲੀਮੈਂਟ ਦਾ ਕੰਪਲੀਮੈਂਟ, ਏ ਕੰਪਲੀਮੈਂਟ ਦਾ ਕੰਪਲੀਮੈਂਟ। ਸੋ ਏ ਕੰਪਲੀਮੈਂਟ ਮੇਰੇ ਪਾਸ ਹੈ 5 6 7 8 9। ਸੋ ਕੰਪਲੀਮੈਂਟ ਦਾ ਕੰਪਲੀਮੈਂਟ ਮੈਂ ਇਸ ਸੈੱਟ ਦਾ ਕੰਪਲੀਮੈਂਟ ਲੈਣਾ ਹੈ। ਸੋ ਇਹਦੇ ਵਿੱਚ ਕੌਣ ਕੌਣ ਨੇ? 5 6 7 8 9 ਨੇ। ਤਾਂ ਮੈਂ ਜਦੋਂ ਯੂਨੀਵਰਸਲ ਸੈੱਟ ਦੇ ਨਾਲ ਕੰਪੇਅਰ ਕਰੂੰਗਾ ਤਾਂ 5 ਤੋਂ ਤਾਂ ਬਾਅਦ ਹੈਗੇ ਨੇ ਸਾਰੇ, ਤਾਂ ਮੇਰੇ ਪਾਸ ਰਹਿ ਕਿਹੜੇ ਗਏ? 1 2 3 4 ਜਿਹੜੇ ਯੂਨੀਵਰਸਲ ਸੈੱਟ ਦੇ ਵਿੱਚ ਰਹਿ ਗਏ ਨੇ। ਸੋ ਆਨਸਰ ਕੀ ਆਏਗਾ? 1 2 3 4। ਜੇ ਮੈਂ ਧਿਆਨ ਨਾਲ ਦੇਖਾਂ ਤਾਂ ਇਹ ਸੈੱਟ ਏ ਹੀ ਵਾਪਸ ਆ ਗਿਆ ਸਾਡਾ। ਦੇਖੋ ਏ ਸੈੱਟ ਹੀ ਹੈ ਨਾ 1 2 3 4। ਤਾਂ ਇਹ ਅਸੀਂ ਪ੍ਰੋਪਰਟੀ ਲਿਖੀ ਸੀ ਸ਼ੁਰੂ ਦੇ ਵਿੱਚ। ਲਾਸਟ ਪਾਰਟ ਹੈ ਸਾਡੇ ਪਾਸ ਬੀ ਮਾਈਨਸ ਸੀ ਡੈਸ਼। ਸੋ ਬੀ ਮਾਈਨਸ ਸੀ ਡੈਸ਼ ਫਾਈਂਡ ਕਰਨ ਦੇ ਲਈ ਸਾਨੂੰ ਪਹਿਲਾਂ ਬੀ ਮਾਈਨਸ ਸੀ ਫਾਈਂਡ ਕਰਨਾ ਪਏਗਾ। ਜੇਕਰ ਮੈਂ ਕਿਸੇ ਸੈੱਟ ਦਾ ਕੰਪਲੀਮੈਂਟ ਫਾਈਂਡ ਕਰਨਾ ਹੈ, ਬੀ ਮਾਈਨਸ ਸੀ ਡੈਸ਼ ਫਾਈਂਡ ਕਰਨਾ ਹੈ, ਤਾਂ ਪਹਿਲਾਂ ਮੈਨੂੰ ਸੈੱਟ ਪਤਾ ਚਾਹੀਦਾ ਹੈ। ਸੋ ਬੀ ਮਾਈਨਸ ਸੀ, ਬੀ ਦੇ ਵਿੱਚੋਂ ਮੈਂ ਸੀ ਹਟਾਉਣਾ ਹੈ। ਸੋ ਕਾਮਨ ਐਲੀਮੈਂਟਸ ਹਟਾ ਦੇਣੇ ਨੇ ਬੀ ਦੇ ਵਿੱਚੋਂ ਸੀ। ਬੀ ਦੇ ਵਿੱਚ 2 ਹੈ, ਇੱਥੇ 2 ਨਹੀਂ ਹੈ, ਸੋ ਇੱਥੇ ਤਾਂ ਆਏਗਾ 2। 4 ਹਟ ਜਾਏਗਾ, 6 ਵੀ ਹਟ ਜਾਏਗਾ, 8 ਨਹੀਂ ਹਟੇਗਾ। ਤਾਂ ਬੀ ਮਾਈਨਸ ਸੀ ਕੀ ਹੋ ਗਿਆ? 2 ਮਾਈਨਸ 8। ਸੋ ਅਸੀਂ 2,8 ਤਾਂ ਅਸੀਂ 2,8 ਜਿਹੜਾ ਬੀ ਮਾਈਨਸ ਸੀ ਹੈ ਇਸ ਦਾ ਕੰਪਲੀਮੈਂਟ ਲੈਣਾ ਹੈ। ਇਸ ਨੂੰ ਅਸੀਂ ਯੂਨੀਵਰਸਲ ਸੈੱਟ ਦੇ ਨਾਲ ਕੰਪੇਅਰ ਕਰਨਾ ਹੈ। ਤਾਂ ਯੂਨੀਵਰਸਲ ਸੈੱਟ ਦੇ ਵਿੱਚ ਸਾਡੇ ਕੋਲ 1 ਤੋਂ ਲੈ ਕੇ 9 ਤੱਕ ਐਲੀਮੈਂਟ ਸੀ। ਤਾਂ 2 ਅਤੇ 8 ਇੱਥੇ ਨੇ, ਕਿਹੜੇ ਨਹੀਂ ਹੈਗੇ ਉਹ ਅਸੀਂ ਕੰਪਲੀਮੈਂਟ ਦੇ ਵਿੱਚ ਲਿਖ ਦਾਂਗੇ। ਕਿਹੜਾ ਕਿਹੜਾ ਮੌਜੂਦ ਨਹੀਂ ਹੈ? 1 ਨਹੀਂ ਹੈ, 3 ਨਹੀਂ ਹੈ, 4 5 6 7 ਅਤੇ 9। ਸੋ ਇਹ ਹੋ ਗਿਆ ਸਾਡਾ ਬੀ ਮਾਈਨਸ ਸੀ ਕੰਪਲੀਮੈਂਟ। ਇੱਥੇ ਸਾਡਾ ਕੁਐਸਚਨ ਨੰਬਰ 1 ਜਿਹੜਾ ਕੰਪਲੀਟ ਹੋ ਗਿਆ। ਨੈਕਸਟ ਕੁਐਸਚਨ ਨੰਬਰ 2 ਵੀ ਸੇਮ ਕੰਸੈਪਟ 'ਤੇ ਬੇਸਡ ਹੈ। ਸੋ ਇਸ ਨੂੰ ਫਟਾਫਟ ਕਰ ਲੈਂਦੇ ਆਪਾਂ। ਏ ਸਾਨੂੰ ਦਿੱਤਾ ਹੈ ABC ਯੂਨੀਵਰਸਲ ਸੈੱਟ ਦਿੱਤਾ ਹੈ ਏ ਤੋਂ ਲੈ ਕੇ H ਤੱਕ। ਏ ਡੈਸ਼ ਕੀ ਆਊਗਾ? ਤਾਂ ABC ਛੱਡ ਦਿਓ, ਬਾਕੀ ਸਾਰੇ ਹੀ ਆ ਜਾਣਗੇ। D E F G H। ਏ ਵਾਲੇ ਜਿਹੜੇ ਨੇ ਯੂਨੀਵਰਸਲ ਸੈੱਟ ਦੇ ਨਾਲ ਕੰਪੇਅਰ ਕਰਕੇ ਆਪਾਂ ਏ ਜਿਹੜੇ ਹੈਗੇ ਨੇ ਉਹ ਛੱਡਤੇ, ਬਾਕੀ ਦੇ ਸਾਰੇ ਹੀ ਲਿਖਤੇ। ਬੀ ਦੇ ਵਿੱਚ D E F G ਹੈ। ਸੋ ਬੀ ਡੈਸ਼ ਦੇ ਵਿੱਚ ਕੀ ਆਏਗਾ? D ਤੋਂ ਤਾਂ ABC ਆਏਗਾ, ABC। ਇਹਦੇ ਵਿੱਚ ABC ਨਹੀਂ ਹੈ ਤਾਂ D ਹੈ, E ਹੈ, F ਹੈ ਅਤੇ G ਹੈ। D ਹੈ, E ਹੈ, ਤਾਂ ਰਹਿ ਕਿਹੜਾ ਗਿਆ? H। ਤਾਂ ਇਸ ਗੱਲ ਦਾ ਧਿਆਨ ਰੱਖਣਾ ਜਿਹੜਾ ਇੱਥੇ ਆ ਗਿਆ ਉਹ ਇੱਥੇ ਨਹੀਂ ਆਉਣਾ ਚਾਹੀਦਾ, ਬਾਕੀ ਸਾਰੇ ਆਉਣਗੇ ਯੂਨੀਵਰਸਲ ਸੈੱਟ ਵਾਲੇ, ਭੁੱਲਣਾ ਨਹੀਂ ਇਸ ਗੱਲ ਨੂੰ। ਸੋ ਸੀ ਦੇ ਵਿੱਚ ਹੈ ਸਾਡੇ ਪਾਸ A। ਸੋ A ਤਾਂ ਨਹੀਂ ਆਊਗਾ ਇੱਥੇ, B ਆਊਗਾ, B ਇੱਥੇ ਨਹੀਂ ਹੈ। C ਵੀ ਆ ਗਿਆ, D ਨਹੀਂ ਹੈ। E ਵੀ ਆ ਗਿਆ, F ਨਹੀਂ ਹੈ। G ਵੀ ਆ ਗਿਆ, H ਨਹੀਂ ਹੈ।
ਸੈੱਟ ਡੀ ਦਾ ਅਸੀਂ ਕੰਪਲੀਮੈਂਟ ਫਾਈਂਡ ਕਰਨਾ ਹੈ। ਸੋ ਐਫ ਤੋਂ ਸਟਾਰਟ ਹੋ ਰਿਹਾ ਹੈ, ਏ ਵੀ ਹੈ ਇੱਥੇ, ਸੋ ਏ ਤਾਂ ਨਹੀਂ ਆਏਗਾ ਇਹਦੇ ਵਿੱਚ, ਏ ਇੱਥੇ ਮੌਜੂਦ ਹੈ। ਬੀ, ਸੀ, ਡੀ, ਦੇਖੋ ਇੱਥੇ ਬੀ ਸੀ ਡੀ ਨਹੀਂ ਹੈ, ਬੀ ਸੀ ਡੀ, ਇੱਥੇ ਈ ਵੀ ਨਹੀਂ ਹੈ, ਸੋ ਈ, ਐਫ ਹੈ, ਜੀ ਹੈ, ਐਚ ਹੈ ਅਤੇ ਏ ਵੀ ਹੈ। ਸੋ ਇਹ ਸਾਡਾ ਹੋਗਾ ਡੀ ਕੰਪਲੀਮੈਂਟ, ਡੀ ਡੈਸ਼। ਕੁਐਸਚਨ ਨੰਬਰ 3 ਜਿਹੜਾ ਉਹ ਥੋੜ੍ਹਾ ਡਿਫਰੈਂਟ ਹੈ। ਇਸ ਦੇ ਵਿੱਚ ਸਾਨੂੰ ਸਾਰੀ ਸੈੱਟ ਬਿਲਡਰ ਫਾਰਮ ਦਿੱਤੀ ਹੋਈ ਹੈ, ਸਾਨੂੰ ਐਲੀਮੈਂਟਸ ਨਹੀਂ ਦਿੱਤੇ ਹੋਏ। ਸੋ ਜੋ ਅਸੀਂ ਆਨਸਰ ਵੀ ਦੇਣਾ ਹੈ ਉਹ ਸੈੱਟ ਬਿਲਡਰ ਫਾਰਮ ਦੇ ਵਿੱਚ ਹੀ ਦੇਣਾ ਹੈ। ਜ਼ਿਆਦਾ ਔਖਾ ਨਹੀਂ ਹੈ, ਬਟ ਥੋੜ੍ਹਾ ਜਿਹਾ ਸੋਚ ਕੇ ਦੇਣਾ ਪਊਗਾ। ਸੋ ਯੂ ਸਾਡੇ ਪਾਸ ਯੂਨੀਵਰਸਲ ਸੈੱਟ ਹੈ। ਇਟ ਕੰਸਿਸਟ ਆਫ ਆਲ ਦੋਜ਼ ਐਕਸ ਸੱਚ ਦੈਟ ਐਕਸ ਇਜ਼ ਨੈਚੁਰਲ ਨੰਬਰ। ਸੋ ਆਪਾਂ ਕਹਿ ਸਕਦੇ ਹਾਂ ਜਿਹੜਾ ਯੂਨੀਵਰਸਲ ਸੈੱਟ ਯੂ ਹੈ ਉਹ ਸੈੱਟ ਆਫ ਨੈਚੁਰਲਸ ਹੈ। ਸੋ ਸਾਡੇ ਪਾਸ ਏ ਕੀ ਗਿਵਨ ਹੈ, ਏ ਹੈ ਸਾਡੇ ਪਾਸ ਐਕਸ is an even natural number। A consist of all those x such that x ਕੀ ਇੱਕ even natural number ਹੈ। ਸੋ ਨੈਚੁਰਲ ਨੰਬਰਸ ਦੇ ਵਿੱਚ ਸਾਡੇ ਪਾਸ ਦੋ ਹੀ ਚੀਜ਼ਾਂ ਹੁੰਦੀਆਂ ਨੇ, ਜਾਂ ਈਵਨ ਹੁੰਦੇ ਨੇ ਅਤੇ ਜਾਂ ਆਡ ਹੁੰਦੇ ਨੇ। ਜੇ ਮੈਂ ਨੈਚੁਰਲਸ ਦੀ ਗੱਲ ਕਰਾਂ 1 2 3 4 5 6 ਸੋ ਔਨ। ਸੋ ਈਵਨ ਨੈਚੁਰਲ ਨੰਬਰ ਤਾਂ ਇੱਥੇ ਆ ਗਏ, 2 4 6 ਤਾਂ ਇੱਥੇ ਆ ਗਏ, ਰਹਿ ਕਿਹੜੇ ਗਏ, ਰਹਿ ਗਏ ਸਾਡੇ ਪਾਸ ਆਡ। ਤਾਂ A ਡੈਸ਼ ਕੀ ਹੋਏਗਾ, A dash is the set of all those x such that x is an odd natural number। ਦੇਖੋ ਇਹਦੇ ਵਿੱਚ 2 4 6 8 ਤਾਂ ਆ ਗਏ ਈਵਨ, 2 4 6 8 10 ਸੋ ਔਨ। ਰਹਿ ਕਿਹੜੇ ਗਏ, ਜਿਹੜੇ ਨਹੀਂ ਆਏ 1 3 5, ਇਹਦੇ ਵਿੱਚ ਰਹਿ ਗਏ 1 3 5 7 9। ਤਾਂ ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਸੈੱਟ ਆਫ ਆਡ ਨੈਚੁਰਲ ਨੰਬਰਸ। ਇਸੇ ਤਰ੍ਹਾਂ ਸੈਕੰਡ ਪਾਰਟ ਦੇ ਵਿੱਚ ਸੈੱਟ ਏ ਕੀ ਹੈ, ਐਕਸ ਇਜ਼ ਐਨ ਆਡ ਨੈਚੁਰਲ ਨੰਬਰ। ਸੋ ਸੈੱਟ ਏ ਜਿਹੜਾ ਹੈ ਇਟ ਕੰਸਿਸਟ ਆਫ ਆਲ ਆਡ ਨੈਚੁਰਲਸ। ਤਾਂ ਇਸ ਦਾ ਕੰਪਲੀਮੈਂਟ ਕੀ ਹੋਏਗਾ, ਦੇਖੋ ਅਸੀਂ ਈਵਨ ਦਾ ਕੀ ਲੱਭਿਆ ਆਡ, ਤਾਂ ਆਡ ਦਾ ਕੀ ਹੋਏਗਾ ਈਵਨ। ਸੋ ਇਟ ਕੰਸਿਸਟ ਆਫ ਆਲ ਦੋਜ਼ ਐਕਸ ਸੱਚ ਦੈਟ ਐਕਸ ਇਜ਼ ਐਨ ਈਵਨ ਨੈਚੁਰਲ ਨੰਬਰ। ਈਜ਼ੀ ਹੈ। ਸੋ ਥਰਡ ਪਾਰਟ ਦੇ ਵਿੱਚ ਸਾਨੂੰ ਕੀ ਕਿਹਾ ਗਿਆ ਹੈ, ਏ ਸੈਟ ਆਫ ਆਲ ਦੋਜ਼ ਐਕਸ ਸੱਚ ਦੈਟ ਐਕਸ ਇਜ਼ ਅ ਨੈਚੁਰਲ ਨੰਬਰ ਮਲਟੀਪਲ ਆਫ 3। ਸੋ ਐਕਸ ਜਿਹੜਾ ਹੈ 3 ਦਾ ਮਲਟੀਪਲ ਹੈ। ਸੋ ਇਹਦੇ ਵਿੱਚ ਕਿੱਦਾਂ ਦੇ ਐਲੀਮੈਂਟ ਆਉਣਗੇ 3 6 9, ਠੀਕ ਹੈ। ਬਟ ਜੇਕਰ ਅਸੀਂ ਇਸਦਾ ਉਲਟ ਲਿਖਣਾ ਹੋਵੇ, ਜਿਵੇਂ ਅਸੀਂ ਇੰਗਲਿਸ਼ ਦੇ ਵਿੱਚ ਸਾਡੇ ਪਾਸ ਇੱਕ ਟੈਂਸ ਆਉਂਦਾ ਹੈ, ਉਸਨੂੰ ਅਸੀਂ ਨੈਗੇਟਿਵ ਦੇ ਵਿੱਚ ਚੇਂਜ ਕਰਦੇ ਹਾਂ। ਤਾਂ ਅਸੀਂ ਕੀ ਕਰਦੇ ਹਾਂ ਉਸਦਾ, ਤਾਂ ਅਸੀਂ ਉਸਦੇ ਵਿੱਚ ਇੱਕ ਵਰਡ ਯੂਜ਼ ਕਰਦੇ ਹਾਂ। ਕੀ ਯੂਜ਼ ਕਰਦੇ ਹਾਂ, ਨਾਟ। ਤਾਂ ਅਸੀਂ ਇੱਥੇ ਨਾਟ ਯੂਜ਼ ਕਰ ਲਾਂਗੇ। ਏ ਕੰਪਲੀਮੈਂਟ ਕੀ ਹੋਏਗਾ, ਐਕਸ ਇਜ਼ ਅ ਨੈਚੁਰਲ ਨੰਬਰ ਨਾਟ ਅ ਮਲਟੀਪਲ ਆਫ 3। ਐਕਸ ਦੇ ਵਿੱਚ ਸਾਰੇ ਐਲੀਮੈਂਟਸ ਆਉਣਗੇ ਨੈਚੁਰਲ ਨੰਬਰਸ, ਬਟ ਉਹ ਮਲਟੀਪਲ ਆਫ 3 ਨਹੀਂ ਹੋਣਗੇ। ਸੋ ਏ ਡੈਸ਼ ਕੀ ਹੋਏਗਾ ਸਾਡੇ ਪਾਸ, ਇਟ ਕੰਸਿਸਟ ਆਫ ਆਲ ਦੋਜ਼ ਐਕਸ ਸੱਚ ਦੈਟ x is natural number and not a multiple of 3, not multiple of 3। ਸਾਰੇ ਨੈਚੁਰਲ ਨੰਬਰ ਆਉਣਗੇ, ਬਟ ਕਿਹੜੇ, ਜਿਹੜੇ 3 ਦੇ ਮਲਟੀਪਲ ਨਹੀਂ ਹੈ, ਨਾਟ ਅ ਮਲਟੀਪਲ ਆਫ 3। ਜੇ ਇੱਦਾਂ ਦਾ ਕੁਐਸਚਨ ਕੋਈ ਹੋਰ ਆ ਜਾਂਦਾ ਤੁਹਾਨੂੰ, ਲਾਈਕ ਡਿਵੀਜ਼ੀਬਲ ਬਾਏ 3, ਤਾਂ ਨਾਟ ਡਿਵੀਜ਼ੀਬਲ ਬਾਏ 3 ਯੂਜ਼ ਕਰ ਲਾਂਗੇ ਅਸੀਂ। ਨਾਟ ਡਿਵੀਜ਼ੀਬਲ ਬਾਏ 5 ਆਉਂਦਾ ਤਾਂ ਅਸੀਂ ਡਿਵੀਜ਼ੀਬਲ ਬਾਏ 5 ਕਰ ਦਾਂਗੇ, ਉੱਥੇ ਤੇ ਨਾਟ ਹਟਾ ਦਾਂਗੇ ਅਸੀਂ। ਸੋ ਇੱਥੇ ਇਹ ਵਾਲਾ ਜਿਹੜਾ ਟੋਪਿਕ ਹੈ, ਇਹ ਕੰਸੈਪਟ ਹੈ, ਯੂਜ਼ ਕਰ ਲੈਣਾ ਹੈ ਇਹਨੂੰ, ਜੇਕਰ ਅਸੀਂ ਸੈੱਟ ਬਿਲਡਰ ਫਾਰਮ ਦੇ ਵਿੱਚ ਲਿਖਣਾ ਹੈ ਇਸੇ ਤਰ੍ਹਾਂ। ਸੋ ਪਾਰਟ 4 ਦੇ ਵਿੱਚ ਸਾਡੇ ਪਾਸ ਸੈੱਟ ਏ ਕੀ ਹੈ, ਇਟ ਕੰਸਿਸਟ ਆਫ ਆਲ ਦੋਜ਼ ਐਕਸ, ਆਲ ਦੋਜ਼ ਐਲੀਮੈਂਟਸ ਸੱਚ ਦੈਟ ਐਕਸ ਇਜ਼ ਪ੍ਰਾਈਮ ਨੰਬਰ। ਸੋ ਪ੍ਰਾਈਮ ਦੇ ਉਲਟ ਨੰਬਰ ਕਿਹੜੇ ਹੁੰਦੇ ਨੇ, ਦੋ ਨੰਬਰ ਪੜ੍ਹੇ ਨੇ ਅਸੀਂ, ਇੱਕ ਸਾਡੇ ਪਾਸ ਪ੍ਰਾਈਮ ਹੁੰਦੇ ਨੇ, ਦੂਸਰੇ ਸਾਡੇ ਪਾਸ ਕੰਪੋਜ਼ਿਟ ਨੰਬਰਸ ਹੁੰਦੇ ਨੇ। ਸੋ ਦੂਸਰਾ ਇਸ ਦਾ ਏ ਕੰਪਲੀਮੈਂਟ ਕੀ ਹੋਏਗਾ, ਐਕਸ ਇਜ਼ ਏ ਕੰਪੋਜ਼ਿਟ ਨੰਬਰ ਜਾਂ ਨੈਚੁਰਲ ਨੰਬਰ, ਕਿਉਂਕਿ ਸਾਡੇ ਪਾਸ ਯੂਨੀਵਰਸਲ ਸੈੱਟ ਨੈਚੁਰਲਸ ਦਾ ਹੈ। ਬਟ ਹੁਣ ਸਮੱਸਿਆ ਇੱਥੇ ਕੀ, ਇੱਕ ਪ੍ਰੋਬਲਮ ਹੈ, ਕੰਪੋਜ਼ਿਟ ਨੰਬਰਸ ਜਿਹੜੇ ਨੇ ਮੀਨਸ ਟੂ ਸੇ ਜਿਹੜੇ ਪ੍ਰਾਈਮ ਨਹੀਂ ਹੈਗੇ, ਜਿਨ੍ਹਾਂ ਦੇ 2 ਤੋਂ ਵੱਧ ਫੈਕਟਰ ਨੇ, ਲਾਈਕ 4 6 8 10 ਹੈ ਨਾ 9। ਬਟ 1 ਜਿਹੜਾ ਹੈ ਦੈਟ ਇਜ਼ ਨੀਦਰ ਪ੍ਰਾਈਮ ਨੋਰ ਕੰਪੋਜ਼ਿਟ। 1 ਨੂੰ ਅਸੀਂ ਨਾ ਤਾਂ ਪ੍ਰਾਈਮ ਮੰਨਦੇ ਹਾਂ ਅਤੇ ਨਾ ਕੰਪੋਜ਼ਿਟ ਮੰਨਦੇ ਹਾਂ। ਐਂਡ ਸੋ ਐਂਡ ਨਾਲ ਲਿਖਣਾ ਪਏਗਾ ਸਾਨੂੰ, ਐਕਸ ਇਜ਼ ਇਕੁਅਲ ਟੂ ਕੀ ਹੈ 1,
ਕਿਉਂਕਿ 1 ਕੰਪੋਜ਼ਿਟ ਦੇ ਵਿੱਚ ਨਹੀਂ ਆਇਆ, ਨਾ ਇਹ ਪ੍ਰਾਈਮ ਹੈ। ਠੀਕ ਹੈ, ਸੋ ਇਹਦੇ ਵਿੱਚ ਆਉਣਾ ਤਾਂ ਚਾਹੀਦਾ ਨਾ। ਤਾਂ ਇੱਥੇ ਮੈਂ ਲਿਖਤਾ ਕਿ ਸਾਰੇ ਕੰਪੋਜ਼ਿਟ ਨੰਬਰ ਪ੍ਰਾਈਮ ਤੋਂ ਉਲਟ ਕੰਪੋਜ਼ਿਟ ਦਾ ਹੋ ਗਏ। ਸੋ ਕੰਪੋਜ਼ਿਟ ਕਿੱਥੋਂ ਸਟਾਰਟ ਹੋ ਗਏ ਸਾਡੇ ਪਾਸ 4 ਤੋਂ, 4 ਹੋ ਗਿਆ, 6 ਹੋ ਗਿਆ, 8 ਹੋ ਗਿਆ, 9 ਹੋ ਗਿਆ, ਬਟ 1 ਨਹੀਂ ਗਿਆ ਕਿਸੇ ਪਾਸੇ। ਤਾਂ 1 ਕਿੱਥੇ ਜਾਏਗਾ? ਸੋ ਇਹ ਸਾਨੂੰ ਲਿਖਣਾ ਪਏਗਾ x ਇਜ਼ ਇਕੁਅਲ ਟੂ 1। ਤਾਂ x ਇਜ਼ ਇਕੁਅਲ ਟੂ 1 ਤੋਂ ਸਟਾਰਟ ਕਰਾਂਗੇ, 1 4 6 8 9 10 ਇਸ ਤਰ੍ਹਾਂ। ਸੋ ਪਾਰਟ 5 ਵੀ ਸਾਡੇ ਪਾਸ ਪਾਰਟ 3 ਅਤੇ ਪਾਰਟ 2 ਵਰਗਾ ਹੀ ਹੈ। x ਇਜ਼ ਅ ਨੈਚੁਰਲ ਨੰਬਰ ਡਿਵੀਜ਼ੀਬਲ ਬਾਈ 3 ਐਂਡ 5। ਸੋ 3 ਅਤੇ 5 ਨਾਲ ਤਾਂ ਅਸੀਂ ਕੀ ਲਾ ਲਾਂਗੇ? not divisible by 3 and 5। ਇਸੇ ਤਰ੍ਹਾਂ ਪਾਰਟ 8 ਹੈ ਸਾਡੇ ਪਾਸ। set A is set of all those x such that x plus 5 is equal to 8। ਇਹਦਾ ਮਤਲਬ ਕੀ ਹੋਇਆ? ਇਹ ਸਾਡੇ ਪਾਸ ਲੀਨੀਅਰ ਇਕੁਐਲਿਟੀ ਇੱਕ ਇਕੁਏਸ਼ਨ ਹੈ। ਸੋ ਐਕਚੁਅਲ x ਦੇ ਵਿੱਚ ਇੱਥੇ ਸਾਡੇ ਪਾਸ x ਦੀ ਵੈਲਿਊ ਕਿੰਨੀ ਹੈ? x is equal to ਕੀ ਆਇਆ? 3 ਆਇਆ, ਕਿਉਂਕਿ 3 + 5 ਕੀ ਹੁੰਦਾ ਹੈ? 8 ਹੁੰਦਾ ਹੈ। ਸੋ ਇਹ ਕੰਪਲੀਮੈਂਟ ਕੀ ਹੋਏਗਾ? x all those x such that x belongs to natural number n। x ਕੀ ਹੈ? ਨੈਚੁਰਲਸ ਨੇ, ਬਟ x is not equal to 3 ਨਹੀਂ ਹੋਣਾ ਚਾਹੀਦਾ। ਐਂਡ x complement A complement is set of all those x such that x is a natural number and x is not equal to 3 ਨਹੀਂ ਹੋਣਾ ਚਾਹੀਦਾ। 3 ਤੋਂ ਬਿਨਾਂ ਸਾਰੇ ਨੈਚੁਰਲ ਨੰਬਰ ਇਸ ਦੇ ਕੰਪਲੀਮੈਂਟ 'ਚ ਆਉਣਗੇ। ਇਸੇ ਤਰ੍ਹਾਂ ਇੱਥੇ ਸਾਡੇ ਪਾਸ x ਕੀ ਆ ਰਿਹਾ? ਜੇ ਮੈਂ 5 ਨੂੰ ਇੱਧਰ ਸਬਟਰੈਕਟ ਕਰਦਾ 4, ਤਾਂ x ਕੀ ਆ ਜਾਏਗਾ ਮੇਰੇ ਪਾਸ? 2। ਤਾਂ ਸੇਮ ਕੁਐਸਚਨ ਹੈ ਸਾਡੇ ਪਾਸ। ਇਹਦੇ ਵਿੱਚ ਅਸੀਂ A ਕੰਪਲੀਮੈਂਟ ਕੀ ਲਿਖਾਂਗੇ? ਇਟ ਕੰਸਿਸਟ ਆਫ ਆਲ ਦੋਜ਼ x ਸੱਚ ਦੈਟ x ਇਜ਼ ਅ ਨੈਚੁਰਲ ਨੰਬਰ ਬਟ x ਇਜ਼ ਨਾਟ ਇਕੁਅਲ ਟੂ 2 ਨਹੀਂ ਹੋਣਾ ਚਾਹੀਦਾ। 2 ਨੂੰ ਛੱਡ ਕੇ ਸਾਰੀ ਨੈਚੁਰਲ ਨੰਬਰ, ਕਿਉਂਕਿ 2 ਕਿਹਦੇ ਵਿੱਚ ਆ ਗਿਆ? A ਦੇ ਵਿੱਚ ਆ ਗਿਆ। ਤਾਂ ਸਾਡਾ ਯੂਨੀਵਰਸਲ ਸੈੱਟ ਕੀ ਹੈ? ਨੈਚੁਰਲ ਨੰਬਰ ਹੈ। ਤਾਂ ਨੈਚੁਰਲ ਨੰਬਰ ਸਾਰੇ ਆਉਣਗੇ ਬਟ ਸਿਵਾਏ 2 ਦੇ। ਇਹਦੇ ਵਿੱਚ ਵੀ ਸਾਡੇ ਪਾਸ ਸਾਰੇ ਨੈਚੁਰਲ ਨੰਬਰ ਆਉਣਗੇ ਸਿਵਾਏ 3 ਦੇ। ਸੋ ਇਸ ਪਾਰਟ ਦੇ ਵਿੱਚ x ਕੀ ਹੈ ਸਾਡੇ ਪਾਸ? x ਗ੍ਰੇਟਰ ਦੈਨ ਇਕੁਅਲ ਟੂ 7 ਹੈ। ਸੋ ਸੈੱਟ A ਕੀ ਹੈ? ਨੈਚੁਰਲਸ ਦਾ ਹੈ, ਜਿਹਦੇ ਵਿੱਚ ਜਿਹੜੇ ਨੈਚੁਰਲਸ ਹੋਣੇ ਚਾਹੀਦੇ ਆ 7 ਤੋਂ ਵੱਡੇ ਹੋਣੇ ਚਾਹੀਦੇ ਆ। ਤਾਂ ਕੰਪਲੀਮੈਂਟ ਦੇ ਵਿੱਚ ਕੀ ਆਏਗਾ? 7 ਤੋਂ ਛੋਟੇ ਹੋਣੇ ਚਾਹੀਦੇ ਨੇ। ਤਾਂ 7 ਤੋਂ ਛੋਟੇ ਕਿਹੜੇ ਨੇ? 1 2 3 4 5 6। 7 ਦੇ ਇਕੁਅਲ ਵਾਲਾ ਤਾਂ A ਦੇ ਵਿੱਚ ਚਲੇ ਗਿਆ। ਸੋ ਕੰਪਲੀਮੈਂਟ ਦੇ ਵਿੱਚ ਕੀ ਆਏਗਾ? ਸਿਰਫ 6 ਆਏਗਾ। ਇਸੇ ਤਰ੍ਹਾਂ ਇਸ ਸੈੱਟ ਦੇ ਵਿੱਚ x ਬਿਲੋਂਗਸ ਟੂ n ਨੈਚੁਰਲ ਨੰਬਰ ਨੇ, ਅਤੇ ਨਾਲ ਕੰਡੀਸ਼ਨ ਕੀ ਹੈ? 2x + 1 ਇਜ਼ ਗ੍ਰੇਟਰ ਦੈਨ ਇਕੁਅਲ ਟੂ 10। ਜੇ ਮੈਂ ਇਸਨੂੰ ਸੋਲਵ ਕਰਾਂ ਤਾਂ 2x ਗ੍ਰੇਟਰ ਦੈਨ ਇਕੁਅਲ ਟੂ ਗ੍ਰੇਟਰ ਦੈਨ ਸਟ੍ਰਿਕਟਲੀ ਗ੍ਰੇਟਰ ਦੈਨ 9। ਤਾਂ x ਜਿਹੜਾ ਹੈ ਸਟ੍ਰਿਕਟਲੀ ਗ੍ਰੇਟਰ ਦੈਨ ਕੀ ਹੋਗਾ? 9/2 ਦੈਟ ਮੀਨਸ 4.5। ਸੋ 4.5 ਤੋਂ ਵੱਡੇ ਨੈਚੁਰਲ ਨੰਬਰਸ। ਤਾਂ 4.5 ਤੋਂ ਵੱਡੇ ਨੈਚੁਰਲ ਨੰਬਰਸ ਕਿਹੜੇ ਨੇ? 5 ਹੈ, 6 ਹੈ, 7 ਹੈ, 8 ਹੈ, ਸੋ ਔਨ। ਤਾਂ ਇਹ ਕੰਪਲੀਮੈਂਟ ਦੇ ਵਿੱਚ ਕਿਹੜੇ ਨੰਬਰ ਆਉਣਗੇ? ਇਟ ਕੰਸਿਸਟ ਆਫ ਆਲ ਦੋਜ਼ x ਸੱਚ ਦੈਟ x ਬਿਲੋਂਗਸ ਟੂ n ਐਂਡ x ਜਿਹੜਾ ਹੈ ਮਸਟ ਬੀ ਲੈਸ ਦੈਨ ਇਕੁਅਲ ਟੂ 4.5, ਕਿਉਂਕਿ ਗ੍ਰੇਟਰ ਦੈਨ ਤਾਂ ਇੱਧਰ ਚਲੇ ਗਿਆ। ਤਾਂ ਵੈਸੇ ਜੇ ਦੂਸਰੀ ਫਾਰਮ ਦੇ ਵਿੱਚ ਲਿਖਣਾ ਹੋਵੇ, ਨੈਚੁਰਲਸ ਜਿਹੜੇ 4.5 ਤੋਂ ਛੋਟੇ ਹੋਣ ਜਾਂ ਬਰਾਬਰ ਹੋਣ। ਸੋ 4.5 ਤੋਂ ਛੋਟੇ ਕਿਹੜੇ ਨੇ? 1 2 3 4। ਇਹ ਵੀ ਸਹੀ ਆਨਸਰ ਹੈ ਸਾਡੇ ਪਾਸ। ਇਹ ਥੋੜ੍ਹਾ ਕੰਪਲੈਕਸ ਹੋ ਗਿਆ ਤਾਂ ਬੈਟਰ ਇਹ ਆਨਸਰ ਦੇ ਦਈਏ ਆਪਾਂ, ਇਹ ਈਜ਼ੀ ਹੈ। ਕੁਐਸਚਨ ਨੰਬਰ 4 ਦੇ ਵਿੱਚ ਸਾਡੇ ਪਾਸ ਯੂਨੀਵਰਸਲ ਸੈੱਟ ਹੈ, A ਹੈ, B ਹੈ। ਤਾਂ ਅਸੀਂ ਮੋਰਗਨਸ ਲਾ ਹੈ ਜਿਹੜਾ ਸਾਡੇ ਪਾਸ, ਉਸ ਨੂੰ ਅਸੀਂ ਵੈਰੀਫਾਈ ਕਰਨਾ ਹੈ ਕਿ ਡੀ ਮੋਰਗਨਸ ਲਾ ਵੈਰੀਫਾਈ ਹੁੰਦਾ ਹੈ ਜਾਂ ਨਹੀਂ ਹੁੰਦਾ। ਸੋ ਇਹ A ਕੰਪਲੀਮੈਂਟ ਚਾਹੀਦਾ ਸਾਨੂੰ ਰਿਲੇਸ਼ਨ ਦੇ ਵਿੱਚ, B ਕੰਪਲੀਮੈਂਟ ਚਾਹੀਦਾ ਹੈ, A ਯੂਨੀਅਨ B ਚਾਹੀਦਾ ਹੈ। ਸੋ ਪਹਿਲਾਂ ਅਸੀਂ A ਕੰਪਲੀਮੈਂਟ ਫਾਈਂਡ ਕਰ ਲੈਂਦੇ ਹਾਂ, ਈਜ਼ੀ ਹੈ ਫਟਾਫਟ। A ਕੰਪਲੀਮੈਂਟ 2 4 6 8 ਹੈ, ਤਾਂ ਕਿਹੜੇ ਨਹੀਂ ਹੈਗੇ ਇੱਥੇ? 1 ਨਹੀਂ ਹੈ, 3 ਨਹੀਂ ਹੈ, 5 ਨਹੀਂ ਹੈ, 7 ਨਹੀਂ ਹੈ, ਅਤੇ 9 ਨਹੀਂ ਹੈ। ਸਾਨੂੰ B ਕੰਪਲੀਮੈਂਟ ਚਾਹੀਦਾ ਇੱਕ। 2 3 5 7 ਹੈਗੇ ਨੇ, 1 ਨਹੀਂ ਹੈ, 4 ਨਹੀਂ ਹੈ, 6 ਨਹੀਂ ਹੈ, 8 ਨਹੀਂ ਹੈ, ਅਤੇ 9 ਨਹੀਂ ਹੈ। ਸੋ B ਕੰਪਲੀਮੈਂਟ ਹੋ ਗਿਆ ਸਾਡੇ ਪਾਸ। 4 ਐਲੀਮੈਂਟਸ ਨੇ ਇੱਥੇ, ਟੋਟਲ ਕਿੰਨੇ ਨੇ? 9। ਤਾਂ 5 ਆ ਗਏ ਇੱਥੇ ਸਾਡੇ ਪਾਸ। ਇੱਥੇ ਵੀ 4 ਨੇ ਤਾਂ ਬਾਕੀ ਦੇ 5 ਆ ਗਏ ਸਾਡੇ ਪਾਸ, 9 ਹੋ ਗਏ। A ਯੂਨੀਅਨ B ਚਾਹੀਦੀ ਹੈ ਸਾਨੂੰ, A ਯੂਨੀਅਨ B। ਸੋ A ਅਤੇ B ਨੂੰ ਜਦੋਂ ਯੂਨਾਈਟ ਕਰਾਂਗੇ 2 2 ਦੋਨੇ ਪਾਸੇ ਹੈ। 4 ਇੱਧਰ 3 ਹੈ, ਸੋ 3 ਆਏਗਾ, 4 ਵੀ ਆ ਜਾਏਗਾ। 5 6 7 8 5 6 7 8 ਇਹਨਾਂ ਨੂੰ ਅਸੀਂ ਯੂਨਾਈਟ ਕਰ ਲਿਆ, ਇਕੱਠੇ ਕਰ ਲਿਆ। ਸੋ ਹੁਣ ਸਾਨੂੰ ਕੀ ਚਾਹੀਦਾ? A ਯੂਨੀਅਨ B ਇਸ ਸੈੱਟ ਦਾ ਕੰਪਲੀਮੈਂਟ ਚਾਹੀਦਾ ਹੈ। ਸੋ ਕੰਪਲੀਮੈਂਟ ਕੀ ਹੋਏਗਾ ਇਸ ਦਾ? A ਯੂਨੀਅਨ B ਦਾ 2 ਹੈ ਸਾਡੇ ਪਾਸ, ਇੱਥੇ ਸਾਡੇ ਪਾਸ
2 3 4 5 6 7 8 ਇਹ ਐਲੀਮੈਂਟਸ ਹੈਗੇ ਨੇ, ਕਿਹੜਾ ਨਹੀਂ ਹੈ? 1 ਨਹੀਂ ਹੈ। 2 3 4 5 6 7 8 ਇੱਕ 9 ਨਹੀਂ ਹੈ। ਸੋ A ਯੂਨੀਅਨ B ਦਾ ਕੰਪਲੀਮੈਂਟ ਕੀ ਹੋ ਗਿਆ ਸਾਡੇ ਪਾਸ? 1,9। ਦੂਸਰਾ ਅਸੀਂ ਚੈੱਕ ਕਰਨਾ ਹੈ A ਕੰਪਲੀਮੈਂਟ ਅਤੇ B ਕੰਪਲੀਮੈਂਟ ਦੀ ਇੰਟਰਸੈਕਸ਼ਨ ਦੇ ਵਿੱਚ ਕੀ ਆ ਰਿਹਾ? 1 ਆ ਰਿਹਾ, 3 5 8 ਅਤੇ 9 ਆ ਰਿਹਾ। ਕੀ ਇਕੁਅਲ ਨੇ? ਯੈਸ ਆਫ ਕੋਰਸ। ਦੋ ਐਲੀਮੈਂਟ ਇੱਧਰ ਨੇ, ਦੋ ਇੱਧਰ ਨੇ, 1 1 9 9, ਤਾਂ ਦੋਨੋਂ ਸੈੱਟ ਕੀ ਨੇ? ਇਕੁਅਲ ਨੇ। ਸੋ ਇਹ ਸਾਡਾ ਵੈਰੀਫਾਈ ਹੋ ਗਿਆ ਇੱਥੇ 'ਤੇ। ਇਸੇ ਤਰ੍ਹਾਂ ਅਸੀਂ ਸੈਕਿੰਡ ਪਾਰਟ ਵੈਰੀਫਾਈ ਕਰਨਾ ਹੈ। ਇਸ ਦੇ ਵਿੱਚ ਸਾਨੂੰ ਕੀ ਪੁੱਛਿਆ ਗਿਆ ਹੈ? A ਡੈਸ਼ ਚਾਹੀਦਾ ਸਾਨੂੰ, A ਡੈਸ਼ ਹੈ ਸਾਡੇ ਪਾਸ। B ਡੈਸ਼ ਚਾਹੀਦਾ, ਉਹ ਵੀ ਹੈ ਸਾਡੇ ਪਾਸ। A ਇੰਟਰਸੈਕਸ਼ਨ B ਚਾਹੀਦੀ ਹੈ, ਸੋ A ਇੰਟਰਸੈਕਸ਼ਨ B ਫਾਈਂਡ ਕਰ ਲੈਂਦੇ ਅਸੀਂ। ਸੋ A ਅਤੇ B ਦੀ ਇੰਟਰਸੈਕਸ਼ਨ ਕਾਮਨ ਐਲੀਮੈਂਟਸ 2 2, ਤਾਂ A ਇੰਟਰਸੈਕਸ਼ਨ B ਦੇ ਵਿੱਚ 2 ਆਏਗਾ। 4 ਨਹੀਂ ਹੈ, 3 ਇੱਧਰ ਨਹੀਂ ਹੈ, 6 ਇੱਧਰ ਨਹੀਂ ਹੈ, 8 ਇੱਧਰ ਨਹੀਂ ਹੈ, 7 ਇੱਧਰ ਨਹੀਂ ਹੈ, ਇਕੱਲਾ 2 ਆਏਗਾ। ਸੋ ਸਾਨੂੰ ਕੀ ਚਾਹੀਦਾ ਹੈ? A ਡੈਸ਼ ਯੂਨੀਅਨ B ਡੈਸ਼ ਅਤੇ A ਇੰਟਰਸੈਕਸ਼ਨ B ਦਾ ਕੰਪਲੀਮੈਂਟ। ਸੋ 2 ਤਾਂ ਆ ਗਿਆ ਸਾਡੇ ਪਾਸ A ਇੰਟਰਸੈਕਸ਼ਨ B ਦੇ ਵਿੱਚ। ਜੇ ਮੈਂ ਧਿਆਨ ਨਾਲ ਦੇਖਾਂ, ਇੰਟਰਸੈਕਸ਼ਨ ਦੇ ਵਿੱਚ 2 ਹੈ, ਤਾਂ ਇਸ ਦੇ ਉਲਟ ਯੂਨੀਵਰਸਲ ਸੈੱਟ ਦੇ ਵਿੱਚ ਕਿੰਨੇ ਐਲੀਮੈਂਟਸ ਨੇ? 9 ਨੇ। ਇੱਥੇ ਸਿਰਫ 1 ਹੈ, ਤਾਂ ਆਨਸਰ ਦੇ ਵਿੱਚ 8 ਐਲੀਮੈਂਟ ਆਉਣਗੇ ਮੇਰੇ ਪਾਸ। 2 ਨੂੰ ਛੱਡ ਕੇ 1 3 4 5 6 7 8 ਅਤੇ 9। ਹੁਣ ਅਸੀਂ ਕੰਪਲੀਮੈਂਟਸ ਦੀ ਯੂਨੀਅਨ ਲੈਣੀ ਹੈ। ਸੋ ਇਹਨਾਂ ਦੀ ਜਦੋਂ ਮੈਂ ਯੂਨੀਅਨ ਲਊਂਗਾ, 1 ਇੱਧਰ ਹੈ, 3 ਹੈ, ਇੱਧਰ 4 ਹੈ, ਉੱਪਰ 5 ਹੈ, ਨੀਚੇ 6 ਹੈ, ਉੱਪਰ 7 ਹੈ, ਨੀਚੇ 8 ਹੈ, ਦੋਨਾਂ ਦੇ ਵਿੱਚ 9 ਹੈ। ਸੋ ਚੈੱਕ ਕਰੋ ਦੋਨੋਂ ਪਾਸੇ ਐਲੀਮੈਂਟਸ ਜਿਹੜੇ ਨੇ ਸੇਮ ਨੇ। 1 3 4 5 6 7 8 9, 1 3 4 5 6 7 8 9। ਸੋ ਦੋਨੇ ਕੀ ਹੋ ਗਏ? ਇਹ ਬਰਾਬਰ ਹੋ ਗਏ। ਜੋ ਸਾਡਾ ਡੀ ਮੋਰਗਨਸ ਲਾ ਹੈ ਉਹ ਕੀ ਹੋ ਗਿਆ? ਸਾਡਾ ਵੈਰੀਫਾਈ ਹੋ ਗਿਆ ਇੱਥੇ। ਸੋ ਇਸ ਤੋਂ ਬਾਅਦ ਸਾਡੇ ਪਾਸ ਕੁਐਸਚਨ ਨੰਬਰ 5 ਹੈ। ਉਸ ਦੇ ਵਿੱਚ ਅਸੀਂ ਵੈਨ ਡਾਇਗਰਾਮ ਬਣਾਉਣੀ ਹੈ, ਇਹ ਵਾਲੀ A ਯੂਨੀਅਨ B ਡੈਸ਼। ਇਹ ਜਦੋਂ ਅਸੀਂ ਐਕਸਰਸਾਈਜ਼ ਸਟਾਰਟ ਕੀਤੀ ਸੀ, ਉਦੋਂ ਆਪਾਂ ਨੇ ਦੋ ਡੀ ਮੋਰਗਨਸ ਲਾ ਦੇ ਜਿਹੜੇ ਸਾਡੇ ਪਾਸ ਦੋ ਰੂਲ ਸੀ ਉਹ ਐਕਸਪਲੇਨ ਕੀਤੇ ਸੀ। ਉਸ ਦੇ ਵਿੱਚ ਅਸੀਂ A ਯੂਨੀਅਨ B ਡੈਸ਼ ਵੀ ਬਣਾਇਆ ਹੈ, ਇਹ ਵੀ ਬਣਾਇਆ ਅਤੇ ਇਹ ਵੀ ਬਣਾਇਆ, ਚਾਰੇ ਬਣਾਏ ਨੇ। ਤਾਂ ਤੁਸੀਂ ਉੱਥੋਂ ਇਹ ਵਾਲਾ ਜਿਹੜਾ ਟੋਪਿਕ ਹੈ ਉੱਥੋਂ ਸੇਮ ਡਿਟੋ ਉਤਾਰ ਲੈਣਾ ਹੈ। ਬਸ ਇਹ ਚੈੱਕ ਕਰਨਾ ਕਿ A ਯੂਨੀਅਨ B ਡੈਸ਼ ਦੇ ਸਾਹਮਣੇ ਇਸੇ ਦੀ ਇਮੇਜ ਬਣਾਉਣੀ ਹੈ, ਇਸੇ ਦੀ ਵੈਨ ਡਾਇਗਰਾਮ ਬਣਾਉਣੀ ਹੈ। ਤਾਂ ਇਹ ਚਾਰੇ ਜਿਹੜੀਆਂ ਡਾਇਗਰਾਮਸ ਨੇ ਆਪਾਂ ਆਲਰੇਡੀ ਬਣਾ ਚੁੱਕੇ ਹਾਂ। ਸੋ ਇਹ ਵੇਸਟੇਜ ਆਫ ਟਾਈਮ ਹੈ। ਕੁਐਸਚਨ ਨੰਬਰ 6 ਹੈ ਸਾਡੇ ਪਾਸ, ਲੈਟ ਯੂ ਬੀ ਦੀ ਸੈੱਟ ਆਫ ਆਲ ਟਰਾਈਐਂਗਲਸ ਇਨ ਅ ਪਲੇਨ। ਸਾਡੇ ਪਾਸ ਯੂਨੀਵਰਸਲ ਸੈੱਟ ਕੀ ਹੈ? ਸੈੱਟ ਆਫ ਆਲ ਟਰਾਈਐਂਗਲਸ, ਹਰ ਤਰ੍ਹਾਂ ਦੇ ਟਰਾਈਐਂਗਲ। ਇਫ A is the set of all triangles with at least one angle different from 60 degree। ਇੱਕ ਐਂਗਲ ਜਿਹੜਾ 60 ਡਿਗਰੀ ਤੋਂ ਡਿਫਰੈਂਟ ਹੋਣਾ ਚਾਹੀਦਾ, ਘੱਟੋ ਘੱਟ ਇੱਕ। ਦੈਟ ਮੀਨਸ 2 ਵੀ ਹੋ ਸਕਦੇ ਆ ਡਿਫਰੈਂਟ, 3 ਵੀ ਹੋ ਸਕਦੇ ਆ ਡਿਫਰੈਂਟ, ਇੱਕ ਤਾਂ ਜ਼ਰੂਰ ਹੋਣਾ ਚਾਹੀਦਾ ਹੈ। ਸੋ ਇੱਥੇ ਸਾਨੂੰ ਕੀ ਸਮਝ ਆਉਂਦਾ ਹੈ ਕਿ ਜੇ ਇੱਕ ਜਾਂ ਇੱਕ ਤੋਂ ਜ਼ਿਆਦਾ ਡਿਫਰੈਂਟ ਹੋਣੇ ਚਾਹੀਦੇ ਆ ਸੈੱਟ A ਦੇ ਵਿੱਚ ਨੇ। ਸੋ ਜੇ ਮੰਨ ਲਓ ਡਿਫਰੈਂਟ ਨਾ ਹੋਵੇ, ਕੀ ਪੋਸੀਬਿਲਿਟੀ ਬਣ ਜਾਂਦੀ ਆ? ਇੱਕ ਐਂਗਲ ਜਿਹੜਾ ਹੈ 60 ਡਿਗਰੀ ਨਾ ਹੋਣ, ਤਿੰਨੇ ਐਂਗਲ ਕੀ ਆ ਜਾਣਾ? 60 ਡਿਗਰੀ ਆ ਜਾਣਾ ਮੇਰੇ ਪਾਸ। ਤਾਂ ਕੀ ਪੋਸੀਬਲ, ਇਹ ਕਿਹੜੀ ਟਰਾਈਐਂਗਲ ਬਣਦੀ ਹੈ? ਇਕੁਈਲੇਟਰਲ ਟਰਾਈਐਂਗਲ। ਤਾਂ ਇਸ ਦੇ ਵਿੱਚ ਉਹਨੇ ਸਾਨੂੰ ਕੀ ਕਿਹਾ ਹੈ ਕਿ ਇੱਕ ਵੀ ਐਂਗਲ ਜਿਹੜਾ ਘੱਟੋ ਘੱਟ ਇੱਕ ਐਂਗਲ 60 ਨਹੀਂ ਹੋਣਾ ਚਾਹੀਦਾ। ਜੇ ਮੈਂ ਇੱਕ ਐਂਗਲ ਨੂੰ ਵੀ 60 ਤੋਂ ਹਟਾਤਾ ਤਾਂ ਉਹ ਕਿਹੜੀ ਟਰਾਈਐਂਗਲ ਬਣ ਜਾਣੀ ਹੈ? ਜਾਂ ਤਾਂ ਉਹ ਆਈਸੋਸਲੈਸ ਬਣ ਜਾਣੀ ਹੈ ਜਾਂ ਸਕੇਲਨ ਬਣ ਜਾਣੀ ਹੈ। ਲਾਈਕ 60 ਨਹੀਂ ਹੋਣਾ ਚਾਹੀਦਾ with at least one angle different from 60 degree। ਘੱਟੋ ਘੱਟ ਇੱਕ ਐਂਗਲ ਜਾਂ ਇੱਕ ਤੋਂ ਵੱਧ 60 ਨਹੀਂ ਹੋਣੇ ਚਾਹੀਦੇ। ਸੋ ਮੰਨ ਲਓ ਮੈਂ ਇਹ ਐਂਗਲ ਕੀ ਲੈ ਲੈਣਾ ਹੈ? 61 ਲੈ ਲੈਣਾ ਹੈ। ਤਾਂ ਇੱਥੇ ਇੱਕ ਪੋਸੀਬਿਲਿਟੀ ਬਣਦੀ ਹੈ ਕਿ ਇਹ ਵੀ 61 ਹੋ ਸਕਦਾ ਹੈ, ਆਈਸੋਸਲੈਸ ਟਰਾਈਐਂਗਲ ਬਣ ਸਕਦੀ ਹੈ। ਤਾਂ ਕਿਉਂਕਿ ਤੀਸਰਾ ਐਂਗਲ ਜਿਹੜਾ ਹੋ ਜਾਏਗਾ ਛੋਟਾ ਹੋ ਜਾਏਗਾ, ਕੀ ਆ ਜਾਏਗਾ ਸਾਡੇ ਪਾਸ? 58 ਆ ਜਾਏਗਾ। ਠੀਕ ਹੈ। ਅਤੇ ਜੇ ਮੈਂ ਤਿੰਨੋਂ ਐਂਗਲ ਜਿਹੜੇ ਨੇ 60 ਨਾ ਲੈਣੇ ਹੋਣ, ਉਹ ਬਣ ਜਾਏਗੀ ਸਕੇਲਨ ਮੇਰੇ ਪਾਸ। ਸਪੋਜ਼ ਇਹ 59 ਹੈ, ਡਿਫਰੈਂਟ ਲੈਣਾ ਹੈ ਘੱਟੋ ਘੱਟ, ਇੱਕ 60 ਹੈ, ਇਹ 61 ਹੈ, ਤਾਂ ਤਿੰਨੋਂ ਡਿਫਰੈਂਟ ਨੇ, ਤਾਂ ਇਹ ਕੀ ਬਣ ਜਾਏਗੀ? ਸਕੇਲਨ ਬਣ ਜਾਏਗੀ। ਘੱਟੋ ਘੱਟ ਇੱਕ ਐਂਗਲ ਚੇਂਜ ਕਰਨ ਨੂੰ ਕਿਹਾ ਉਹਨੇ ਸਾਨੂੰ। ਤਾਂ ਸਾਡੇ ਪਾਸ ਇਹ ਜਿਹੜਾ ਸੈੱਟ ਬਣ ਰਿਹਾ ਐਕਚੁਅਲ ਦੇ ਵਿੱਚ, ਇਹ ਦੋ ਟਰਾਈਐਂਗਲਸ ਦਾ ਬਣ ਰਿਹਾ, ਇੱਕ ਸਕੇਲਨ ਦਾ ਅਤੇ ਇੱਕ ਆਈਸੋਸਲੈਸ ਦਾ। ਤਾਂ ਜਦੋਂ ਅਸੀਂ ਇਸ ਦਾ ਕੰਪਲੀਮੈਂਟ ਲੈਣਾ ਹੋਊਗਾ ਤਾਂ ਉਸ ਦੇ ਵਿੱਚ ਕੀ ਆਊਗਾ? ਤਾਂ ਸਕੇਲਨ ਹੋ ਗਈ, ਆਈਸੋਸਲੈਸ ਹੋ ਗਈ, ਅਤੇ ਤੀਸਰੀ ਰਹਿ ਗਈ ਸਾਡੇ ਪਾਸ ਇਕੁਈਲੇਟਰਲ।
ਸੋ ਅਸੀਂ ਸਾਈਡਸ ਦੇ ਅਕੋਰਡਿੰਗ ਦੇਖ ਰਹੇ ਹਾਂ, ਭਾਵੇਂ ਕਿ ਐਂਗਲਸ ਦੀ ਗੱਲ ਹੋ ਰਹੀ ਹੈ, ਕਿਉਂਕਿ ਜੇ ਤਿੰਨੇ ਐਂਗਲ 60 ਦੇ ਹੋਣਗੇ ਤਾਂ ਉਹ ਹੁੰਦੀ ਹੈ ਸਾਡੇ ਪਾਸ ਇਕੁਈਲੇਟਰਲ ਟਰਾਈਐਂਗਲ। ਜੇ ਦੋ ਐਂਗਲ ਇਕੁਅਲ ਹੋ ਜਾਣ ਉਹ ਆਈਸੋਸਲੈਸ ਹੁੰਦੀ ਹੈ, ਕਿਉਂਕਿ ਇਕੁਅਲ ਐਂਗਲਸ ਦੇ ਸਨਮੁਖ ਜਿਹੜੀਆਂ ਸਾਹਮਣੇ ਵਾਲੀਆਂ ਸਾਈਡਸ ਹੁੰਦੀਆਂ ਨੇ ਉਹ ਵੀ ਕੀ ਹੁੰਦੀਆਂ ਨੇ, ਇਕੁਅਲ ਹੁੰਦੀਆਂ ਨੇ। ਤਾਂ ਤੀਸਰੀ ਜਿਸ ਵਿੱਚ ਕੋਈ ਵੀ ਐਂਗਲ ਬਰਾਬਰ ਨਹੀਂ ਹੈ ਉਹ ਸਾਡੀ ਸਕੇਲਨ ਟਰਾਈਐਂਗਲ ਹੁੰਦੀ ਹੈ। ਤਾਂ ਇਹਦਾ ਜਿਹੜਾ ਸਾਡਾ ਸੈੱਟ ਦਿੱਤਾ ਉਸਨੇ ਸਾਨੂੰ ਆਈਸੋਸਲੈਸ ਅਤੇ ਸਕੇਲਨ ਇਨਡਾਇਰੈਕਟ ਵੇ ਦੇ ਵਿੱਚ ਦਿੱਤਾ ਹੈ ਸਾਨੂੰ ਕਨਫਿਊਜ਼ ਕਰਨ ਦੇ ਲਈ। ਤਾਂ ਇਸ ਦਾ ਕੰਪਲੀਮੈਂਟ ਕੀ ਹੋਏਗਾ, ਸੈੱਟ ਆਫ ਇਕੁਈਲੇਟਰਲ ਟਰਾਈਐਂਗਲਸ। ਸੋ ਇਸ ਸਾਰੇ ਕੁਐਸਚਨ ਦਾ ਜਿਹੜਾ ਰਾਜ਼ ਹੈ ਉਹ ਇੱਥੇ ਲੁਕਿਆ ਹੋਇਆ ਕਿ ਐਟ ਲੀਸਟ ਵਨ ਐਂਗਲ ਡਿਫਰੈਂਟ ਫਰੋਮ 60 ਡਿਗਰੀ। ਜੇ ਇੱਕ ਵੀ ਐਂਗਲ 60 ਤੋਂ ਅਲੱਗ ਹੋ ਗਿਆ ਤਾਂ ਉਹ ਕਦੇ ਵੀ ਇਕੁਈਲੇਟਰਲ ਟਰਾਈਐਂਗਲ ਨਹੀਂ ਹੋ ਸਕਦੀ, ਜਾਂ ਤਾਂ ਉਹ ਆਈਸੋਸਲੈਸ ਹੋਏਗੀ ਜਾਂ ਉਹ ਸਕੇਲਨ ਹੋਏਗੀ। ਸੋ ਇਹ ਵਾਲੀਆਂ ਸਾਰੀਆਂ ਟਰਾਈਐਂਗਲਸ ਜਿਹੜੀਆਂ ਨੇ ਉਹ ਕਿਹਦੇ ਵਿੱਚ ਆ ਗਈਆਂ, ਸੈੱਟ ਏ ਦੇ ਵਿੱਚ। ਸੋ ਰਹਿ ਕਿਹੜੀਆਂ ਗਈਆਂ, ਜਿਨ੍ਹਾਂ ਦੇ ਤਿੰਨੇ ਐਂਗਲ ਕੀ ਨੇ 60 ਡਿਗਰੀ ਦੇ ਨੇ, ਇਕੁਈਲੇਟਰਲ ਟਰਾਈਐਂਗਲਸ ਰਹਿ ਗਈਆਂ ਬਾਹਰ। ਸੋ ਇਸ ਦਾ ਇਹ ਕੰਪਲੀਮੈਂਟ ਕੀ ਹੋਏਗਾ, ਸੈੱਟ ਆਫ ਇਕੁਈਲੇਟਰਲ ਟਰਾਈਐਂਗਲਸ। ਕੁਐਸਚਨ ਨੰਬਰ 7 ਦੇ ਵਿੱਚ ਸਾਡੇ ਪਾਸ ਫਿਲਪਸ ਨੇ, ਇਹ ਅਸੀਂ ਸ਼ੁਰੂ ਦੇ ਵਿੱਚ ਕਰ ਚੁੱਕੇ ਹਾਂ। ਏ ਯੂਨੀਅਨ ਏ ਡੈਸ਼, ਜੇਕਰ ਮੈਂ ਏ ਦੇ ਵਿੱਚ ਏ ਡੈਸ਼ ਹੈ, ਬਾਹਰ ਵਾਲਾ ਏ ਹੈ, ਦੋਨਾਂ ਦੀ ਯੂਨੀਅਨ ਲੈ ਲਾਂ ਤਾਂ ਕੀ ਬਣਦਾ ਮੇਰੇ ਪਾਸ, ਯੂਨੀਵਰਸਲ ਸੈੱਟ ਯੂ ਬਣਦਾ ਹੈ। ਇਸੇ ਤਰ੍ਹਾਂ ਏ ਦੀ ਇੰਟਰਸੈਕਸ਼ਨ ਲੈਣੀ ਹੈ ਮੈਂ ਐਮਪਟੀ ਸੈੱਟ ਦੇ ਕੰਪਲੀਮੈਂਟ ਦੇ ਨਾਲ। ਜੋ ਐਮਪਟੀ ਸੈੱਟ ਦਾ ਕੰਪਲੀਮੈਂਟ ਹੁੰਦਾ ਹੈ ਉਹ ਕੀ ਹੁੰਦਾ ਹੈ, ਯੂਨੀਵਰਸਲ ਸੈੱਟ ਯੂ ਹੁੰਦਾ ਹੈ। ਖਾਲੀ ਤੋਂ ਉਲਟ ਯੂਨੀਵਰਸਲ ਸੈੱਟ। ਅਤੇ ਜੇ ਮੈਂ ਯੂਨੀਵਰਸਲ ਸੈੱਟ ਦੇ ਨਾਲ ਏ ਦੀ ਇੰਟਰਸੈਕਸ਼ਨ ਲਵਾਂ ਵੱਡੇ ਸਾਰੇ ਸੈੱਟ ਦੇ ਨਾਲ ਇਹ ਵਾਲੇ ਦੀ ਇੰਟਰਸੈਕਸ਼ਨ ਲੈ ਲਾਂ ਤਾਂ ਆਨਸਰ ਕੀ ਆਊਗਾ ਮੇਰੇ ਪਾਸ, ਇਹ ਛੋਟਾ ਸੈੱਟ ਹੀ ਆਏਗਾ, ਏ ਸੈੱਟ ਆਏਗਾ ਇੰਟਰਸੈਕਸ਼ਨ ਦੇ ਵਿੱਚ। ਸੋ ਏ ਇੰਟਰਸੈਕਸ਼ਨ ਵਿਦ ਏ ਕੰਪਲੀਮੈਂਟ। ਸੋ ਏ ਦੀ ਇਹ ਵਾਲੇ ਪਾਰਟ ਦੇ ਨਾਲ ਮੈਂ ਇੰਟਰਸੈਕਸ਼ਨ ਲੈਣੀ ਹੈ ਤਾਂ ਕੀ ਆਏਗੀ, ਐਮਪਟੀ, ਖਾਲੀ, ਕੁਛ ਵੀ ਕਾਮਨ ਨਹੀਂ ਆਉਣਾ। ਇਸੇ ਤਰ੍ਹਾਂ ਸਾਡੇ ਪਾਸ ਹੈ ਯੂਨੀਵਰਸਲ ਸੈੱਟ ਦਾ ਕੰਪਲੀਮੈਂਟ। ਯੂਨੀਵਰਸਲ ਸੈੱਟ ਦਾ ਕੰਪਲੀਮੈਂਟ ਕੀ ਹੁੰਦਾ ਮੇਰੇ ਪਾਸ, ਐਮਪਟੀ ਸੈੱਟ। ਉਲਟ ਯੂਨੀਵਰਸਲ ਸੈੱਟ ਸਾਰਾ ਤਾਂ ਕੰਪਲੀਮੈਂਟ ਦੇ ਵਿੱਚ ਕੀ ਜਾਊਗਾ, ਕੁਛ ਵੀ ਨਹੀਂ। ਅਤੇ ਇਸ ਦੀ ਇੰਟਰਸੈਕਸ਼ਨ ਮੈਂ ਲੈਣੀ ਹੈ ਸੈੱਟ ਏ ਦੇ ਨਾਲ। ਸੋ ਖਾਲੀ ਸੈੱਟ ਦੀ ਇੰਟਰਸੈਕਸ਼ਨ ਲੈਣੀ ਹੈ ਏ ਦੇ ਨਾਲ ਤਾਂ ਵਿੱਚ ਕੀ ਬਚੂਗਾ, ਖਾਲੀ ਰਹੂਗਾ। ਸੋ ਐਮਪਟੀ ਸੈੱਟ ਫਾਈ ਭਰਨ ਤਾਂ ਲੱਗਿਆ ਨਹੀਂ ਹੈ, ਨਲ ਸੈੱਟ ਹੀ ਆਏਗਾ ਸਾਡੇ ਪਾਸ, ਵਾਇਡ ਸੈੱਟ। ਸੋ ਦੋਸਤੋ ਇੱਥੇ ਸਾਡੀ ਜਿਹੜੀ ਐਕਸਰਸਾਈਜ਼ ਆ 1.5 ਉਹ ਖਤਮ ਹੁੰਦੀ ਹੈ। ਉਮੀਦ ਹੈ ਤੁਹਾਨੂੰ ਜਿਹੜਾ ਟੌਪਿਕ ਹੈ ਕੰਪਲੀਮੈਂਟ ਆਫ ਅ ਸੈੱਟ, ਡੀ ਮੋਰਗਨਜ਼ ਲਾ ਅਤੇ ਸਾਰੇ ਜਿਹੜੇ ਕੰਸੈਪਟ ਨੇ ਉਹ ਕਲੀਅਰ ਹੋਏ ਹੋਣਗੇ। ਜੇ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਕੋਈ ਵੀ ਕੁਐਰੀ ਹੈ, ਕਿਸੇ ਵੀ ਤਰ੍ਹਾਂ ਦਾ ਫੀਡਬੈਕ ਹੈ ਤਾਂ ਪਲੀਜ਼ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕੌਮੈਂਟ ਜ਼ਰੂਰ ਕਰਿਆ ਕਰੋ। ਅਤੇ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਚੈਨਲ 'ਤੇ ਆਉਣ ਲਈ ਧੰਨਵਾਦ।